ਚਰਨ ਹਿਰਦੈ ਵਸਾਏ। ਕਰ ਕਿਰਪਾ ਪ੍ਰਭ ਆਪ ਮਿਲਾਏ। ਗੁਰ ਕੇ ਚਰਨ ਹਿਰਦੈ ਵਸਾਏ। ਕਰ ਕਿਰਪਾ ਪ੍ਰਭ ਆਪ ਮਿਲਾਏ। ਆਪਣੇ ਸੇਵਕ ਕੋ ਲਏ ਪ੍ਰਭ ਲਾਏ। ਤਾਕੀ ਕੀਮਤ ਕਹੀ ਨਾ ਜਾਏ। ਕਰ ਕਿਰਪਾ ਪੂਰਨ ਸੁਖ ਦਾਤੇ। ਤੁਮਰੀ ਕਿਰਪਾ ਤੇ ਤੂੰ ਚਿਤ ਆਵੇ। ਆਠ ਪਹਿਰ ਤੇਰੇ ਰੰਗ ਰਾਤੇ ਆਵੋ। ਗਾਵਣ ਸੁਨਣ ਸਭ ਤੇਰਾ ਭਾਣਾ। ਹੁਕਮ ਬੂਝੈ ਸੋ ਸਾਚ ਸਮਾਣਾ। ਜਪ ਜਪ ਜੀਵੈ ਤੇਰਾ ਨਾਉ। ਤੁਝ ਬਿਨ ਦੂਜਾ ਨਾਹੀ ਥਾਉ। ਦੁਖ ਸੁਖ ਕਰਤੇ ਹੁਕਮ ਰਜਾਏ। ਭਾਣੈ ਬਖਸ਼ ਭਾਣੈ ਦੇਸ ਜਾਏ। ਦੋਹਾਂ ਸਿਰਿਆਂ ਕਾ ਕਰਤਾ ਆਪੋ। ਕੁਰਬਾਨ ਜਾਈ ਤੇਰੇ ਪ੍ਰਤਾਪ। ਤੇਰੀ ਕੀਮਤ ਤੂੰ ਹੈ ਜਾਣਹਿ। ਤੂੰ ਆਪੇ ਬੂਝੇ ਸੁਣ ਆਪ ਬਖਾਣਹਿ। ਸਈ ਭਗਤ ਜੋ ਤੁਧ ਭਾਣੇ। ਨਾਨਕ ਤਿਨ ਕੈ ਸਦ ਕੁਰਬਾਣੇ। ਸਈ ਭਗਤ ਜੋ ਤੁਧ ਭਾਣੇ। ਨਾਨਕ ਤਿਨ ਕੈ ਸਦ ਕੁਰਬਾਣੇ। ਸ੍ਰੀ ਵਾਹਿਗੁਰੂ ਜੀ। ਬੁਰਾ ਕਰੇ ਸੋ ਕੇਹਾ ਸਿਜੈ। ਆਪਣੇ ਰੋਹੇ ਆਪੇ ਹੀ ਦਜੈ। ਮਨ ਮੁਖ ਕਮਲਾ ਰਗੜੈ ਲੁਜੈ। ਗੁਰਮੁਖ ਹੋਏ ਤਿਸ ਸਭ ਕਿਛ ਸੁਝੈ। ਨਾਨਕ ਗੁਰਮੁਖ ਮਨ ਸਿਉ ਲੁਜੈ। ਸਤਿਗੁਰੂ ਪਾਤਸ਼ਾਹ ਗੁਰੂਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਬੁਰਾ ਕਰੇ ਸੋ ਕੇਹਾ ਸਿਜੈ। ਆਪਣਾ ਰੋਹੇ ਆਪੇ ਹੀ ਦਜੈ। ਮਨਮੁਖ ਕਮਲਾ ਰਗੜੈ ਲੁਜੈ। ਸਤਿਗੁਰੂ ਪਾਤਸ਼ਾਹ
ਪਾਵਨ ਉਪਦੇਸ਼ ਦਿੰਦੇ ਨੇ ਭਾਈ, ਜੋ ਮਨਮੁਖ ਬੁਰਾ ਕਰਦਾ ਹੈ, ਬੁਰਾ ਚਿਤਵਦਾ ਹੈ, ਸੋ ਕਿਸ ਪ੍ਰਕਾਰ ਕਲਿਆਣ ਹੋਵੇਗਾ, ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ। ਉਸ ਦਾ ਕਦੇ ਭਲਾ ਨਹੀਂ ਹੁੰਦਾ, ਚੰਗਾ ਨਹੀਂ ਹੁੰਦਾ। ਜੋ ਬੁਰਾ ਚਿਤਵਦਾ ਹੈ ਉਹ ਕਦੇ ਕਲਿਆਣ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਕ੍ਰੋਧ ਕਰਕੇ ਆਪ ਹੀ ਦਗਧ ਹੋ ਜਾਂਦਾ ਹੈ। ਸੋ ਮਨਮੁਖ ਕਮਲਾ ਹੋਇਆ ਰਗੜੇ ਝਗੜੇ ਵਿੱਚ ਖਪਦਾ ਰਹਿੰਦਾ ਹੈ, ਦਿਨ ਤੇ ਰਾਤ ਖਪਦਾ ਹੈ। ਝਗੜਿਆਂ ਨੂੰ ਚਾਹੁੰਦਾ ਹੈ, ਉਹ ਸ਼ਾਂਤੀ ਨਹੀਂ ਚਾਹੁੰਦਾ, ਅਸ਼ਾਂਤ ਚਾਹੁੰਦਾ ਹੈ। ਗੁਰਮੁਖ ਹੋਏ ਤਿਸ ਸਭ ਕਿਛ ਸੁਝੈ, ਨਾਨਕ ਗੁਰਮੁਖ ਮਨ ਸਿਉ ਲੁਝੈ। ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ ਭਾਈ ਪਿਆਰਿਓ, ਜੋ ਗੁਰਮੁਖ ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਗੁਰਮਤੀਆ ਗੁਰ ਸ਼ਬਦੀ, ਗੁਰੂ ਦੇ ਉਪਦੇਸ਼ ਤੇ ਚੱਲਦਾ ਹੈ। ਗੁਰਮੁਖ ਗੁਰਮੁਖ ਹੋਏ ਤਿਸ ਸਭ ਕਿਛ ਸੁਝੈ, ਨਾਨਕ ਗੁਰਮੁਖ ਮਨ ਸਿਉ ਲੁਝੈ। ਜੋ ਗੁਰਮੁਖ ਹੋਵੇ ਤੇ ਉਸਨੂੰ ਸਭ ਕੁਝ ਸੁਝਦਾ ਹੈ। ਗੁਰਮੁਖ ਮਨ ਦੇ ਸਾਥ ਲੜਦਾ ਹੈ ਕਿ ਮਨਾ ਇਹ ਕੰਮ ਚੰਗੇ ਨਹੀਂ ਤੂੰ ਕਰਨੇ ਨਹੀਂ, ਕਿਉਂਕਿ ਮਨ ਦੌੜਦਾ ਬੜੀ ਰਫਤਾਰ ਹੈ ਮਨ ਦੀ, ਖਿਨ ਮਾਸਾ ਖਿਨ ਤੋਲੇ ਹੋ ਜਾਂਦਾ। ਪਰ ਮਨ ਨੂੰ ਮੋੜਦਾ ਹੈ ਗੁਰਮੁਖ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹੋ ਮਨ ਹੋੜੀਐ। ਹੋੜਾ ਦਿੰਦਾ ਹੈ ਗੁਰੂ ਦੇ ਸ਼ਬਦ ਉਪਦੇਸ਼ ਦਾ। ਗੁਰਮੁਖ ਲੜਦਾ ਹੈ ਮਨ ਨਾਲ, ਝਗੜਦਾ ਹੈ ਮਨ ਨਾਲ ਕਿ ਮਨਾ ਇਹ ਕੰਮ ਤੂੰ ਨਹੀਂ ਕਰਨੇ। ਨਾਨਕ ਗੁਰਮੁਖ ਮਨ ਸਿਉ ਲੁਝੈ। ਪਾਤਸ਼ਾਹ ਫਰਮਾਉਂਦੇ ਨੇ ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਰੋਕਦਾ ਹੈ ਕਿ ਮਨਾ ਇਹਨਾਂ ਵਿਕਾਰਾਂ ਵਿੱਚ ਲੱਗਿਆਂ ਘਣੇ ਦੁੱਖ ਮਿਲਦੇ ਨੇ। ਸੁੱਖ ਵੀ ਫਿਰ ਦੁੱਖਾਂ ਵਿੱਚ ਬਦਲ ਜਾਂਦੇ ਨੇ। ਇਹ ਵਿਸ਼ੇ ਵਿਕਾਰ ਭੋਗ ਰਸ, ਇਹਨਾਂ ਪਿੱਛੇ ਘਣੇ ਦੁੱਖ ਲੁਕੇ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ, ਜੋ ਤਿੰਨ ਕਾਲ ਸਤ ਨੇ ਅਸਤ ਹੀ ਨਹੀਂ। ਸਤ ਨਹੀਂ ਨੈਮਕ ਕਾਮ ਸਵਾਦ ਕਾਰਨ, ਕੋਟ ਦਿਨਸ ਦੁੱਖ ਪਾਵੈ। ਇੱਕ ਨਿਮਕ ਦੇ ਕਾਮ ਦੇ ਬਦਲੇ, ਰਸ ਦੇ ਬਦਲੇ ਫਿਰ ਕਰੋੜਾਂ ਦਿਨ ਦੁੱਖ ਯਾਦ ਰੱਖ। ਜਦੋਂ ਦੁੱਖ ਮਿਲਦੇ ਮਨੁੱਖ ਰੋਂਦਾ ਕਰਲਾਉਂਦਾ, ਪਰ ਉਸ ਸਮੇਂ ਨੂੰ, ਉਸ ਰਸ ਨੂੰ ਯਾਦ ਹੀ ਨਹੀਂ ਰੱਖਦਾ, ਭੁੱਲ ਜਾਂਦਾ ਹੈ ਕਿ ਮੈਂ ਕੋਈ ਪਾਪ ਹੀ ਨਹੀਂ ਕੀਤਾ। ਪਰ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਜੋ ਗੁਰਮੁਖ ਨੇ, ਰੱਬ ਦੇ ਜਨ, ਗੁਰੂ ਨੂੰ ਮੁੱਖ ਰੱਖਣ ਵਾਲੇ, ਗੁਰ ਸ਼ਬਦੀ ਗੁਰਮਤੀਏ, ਉਹਨਾਂ ਨੂੰ ਗੁਰੂ ਦੇ ਉਪਦੇਸ਼ ਵਿੱਚ ਐਸੀ ਲਗਨ ਪਿਆਨ ਕਿ ਮੇਰੇ ਗੁਰੂ ਦੀ ਬਾਣੀ, ਮੇਰੇ ਗੁਰੂ ਦਾ ਬਚਨ ਤਿੰਨ ਕਾਲ ਸਤ ਹੈ ਅਸਤ ਨਹੀਂ। ਉਹ ਮੰਨਦੇ ਨੇ, ਉਹ ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਰੋਕਦੇ ਨੇ। ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਗੁਰਮੁਖ ਮਨ ਸਿਉ ਲੁਝੈ। ਝਗੜਦੇ ਨੇ ਮਨ ਨਾਲ, ਭਾਵੇਂ ਮਨ ਬੜਾ ਧਾਵੇ, ਪਰ ਮਨ ਨੂੰ ਜਾਣ ਨਹੀਂ ਦਿੰਦੇ। ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਓਏ ਮਾਨਸ ਜੂਨ ਨਾ ਆਖੀਐਨ, ਪਸ਼ੂ ਢੋਰ ਗਾਵਾਰ। ਪਾਤਸ਼ਾਹ ਫਰਮਾਉਂਦੇ ਨੇ, ਜਿਨ ਪੁਰਸ਼ਾਂ ਨੇ, ਜਗਿਆਸੂਆਂ ਨੇ ਸਤਿਗੁਰੂ ਪੁਰਖ ਨੂੰ ਸੇਵਿਆ ਨਹੀਂ, ਅਰਾਧਿਆ ਨਹੀਂ, ਗੁਰੂ ਵਾਲੇ ਨਹੀਂ ਬਣੇ, ਗੁਰ ਸ਼ਬਦੀ ਗੁਰਮਤੀਏ ਨਹੀਂ ਬਣੇ, ਸ਼ਬਦ ਦਾ ਵਿਚਾਰ ਵੀ ਉਹਨਾਂ ਨੇ ਨਹੀਂ ਕੀਤਾ, ਉਹ ਪੁਰਸ਼ ਮਨੁੱਖ ਜੁਨੀ ਨਹੀਂ ਕਹੇ ਜਾਂਦੇ। ਕਿ ਮਨੁੱਖ ਜਨਮ ਵਿੱਚ ਨੇ, ਇੱਕ ਦਿਖਲਾਈ ਦਿੰਦੇ ਨੇ ਕਿ ਮਾਨਸ ਦੇਹੀ ਵਿੱਚ ਆਏ ਨੇ। ਸੋ ਗਵਾਦ ਢੋਰ ਮੁਰਦੇ ਪਸ਼ੂਵਤ ਨੇ। ਉਹ ਜੀਵਤ ਪਸ਼ੂਵਤ ਵੀ ਨਹੀਂ, ਉਹ ਮੁਰਦੇ ਪਸ਼ੂਵਤ ਨੇ। ਪਾਤਸ਼ਾਹ ਕਹਿੰਦੇ ਨੇ, ਓਏ ਮਾਨਸ ਜੂਨ ਨਾ ਆਖੀਐਨ, ਪਸ਼ੂ ਢੋਰ ਗਾਵਾਂ। ਪਸ਼ੂ ਗਊ ਆਦਿਕ, ਗਧੇ
ਉਲਟ ਆਦਿਕ ਦਾਨ ਵਿੱਚ ਨਹੀਂ ਦਿੱਤੇ ਜਾਂਦੇ। ਓ ਨਾ ਅੰਤਰ ਗਿਆਨ ਨਾ ਧਿਆਨ ਹੈ, ਖਾਰਸੋਂ ਪ੍ਰੀਤ ਨਾ ਪਿਆਰ। ਮਨ ਮੁਖ ਮੋਏ ਵਿਕਾਰ ਮੈਂ, ਮਰ ਜਮੈ ਵਾਰੋ ਵਾਰ। ਪਾਤਸ਼ਾਹ ਫਰਮਾਉਂਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਨਾ ਤਾਂ ਗਿਆਨ ਹੈ ਨਾ ਧਿਆਨ ਹੈ, ਤੇ ਤਿਨਾਂ ਦੀ ਪਰਮੇਸ਼ਰ ਦੇ ਸਾਥ ਮਨ ਦੀ ਪ੍ਰੀਤੀ ਨਹੀਂ ਲੱਗੀ, ਨਹੀਂ ਮਨ ਜੁੜਿਆ ਉਹਨਾਂ ਦਾ। ਬਾਣੀ ਵਿੱਚ ਨੇਹੋ ਬਾਣੀ ਨਾਲ ਨੇਹੋ ਨਹੀਂ, ਬਾਣੀ ਨੂੰ ਸੁਣਦੇ ਨਹੀਂ, ਬਾਣੀ ਨੂੰ ਗਾਉਂਦੇ ਨਹੀਂ। ਸੋ ਮਨਮੁਖ ਵਿਕਾਰਾਂ ਵਿੱਚ ਮਰੇ ਹੋਏ ਵਾਰ ਮਰ ਮਰ ਕੇ ਜਨਮਦੇ ਨੇ। ਮਨਮੁਖ ਮੋਏ ਵਿਕਾਰ ਮੈਂ ਹੈ, ਕਿਉਂਕਿ ਵਿਕਾਰਾਂ ਵਿੱਚ ਮਰ ਜਾਂਦੇ ਨੇ। ਭਾਵ ਦਿਨ ਰਾਤ ਵਿਕਾਰਾਂ ਨੂੰ ਸਿੰਚਦੇ ਨਹੀਂ, ਕਰਦੇ ਨਹੀਂ, ਭੋਗ ਰਸ ਵਿੱਚ ਰਤੇ ਨੇ। ਮਲ ਜੰਮੈ ਵਾਰੋ ਵਾਰ, ਉਹ ਮਰੇ ਹੋਏ ਜਨਮਦੇ ਮਰਦੇ ਨੇ, ਮਰ ਮਰ ਜਨਮਦੇ ਨੇ। ਪਾਤਸ਼ਾਹ ਫਰਮਾਉਂਦੇ ਨੇ ਜੀਵਦਿਆਂ ਨੂੰ ਮਿਲੈ ਸੋ ਜੀਵਦੇ, ਹਰ ਜਗ ਜੀਵਨ ਔਰ ਤਾਰ। ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰ। ਗਿਆਨਵਾਨ ਜੋ ਸਦਾ ਜਿਉਂਦੇ ਨੇ ਉਹ ਮਰਦੇ ਨਹੀਂ। ਜੋ ਸਤਿਗੁਰਾਂ ਦੇ ਬਚਨ ਨੇ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹ ਸਦੀਵੀ ਜਿਉਂਦਾ ਹੈ, ਮਰਦਾ ਨਹੀਂ। ਜੋ ਗਿਆਨਵਾਨ ਨੇ, ਸਤਪੁਰਸ਼, ਫਕੀਰ, ਮਹਾਤਮਾ, ਭਗਤ, ਉਹ ਮਰਦੇ ਨਹੀਂ। ਜੋ ਤਿੰਨਾਂ ਨੂੰ ਮਿਲਦੇ, ਉਹਨਾਂ ਦੀ ਸੰਗਤ ਵਿੱਚ ਜੋ ਕੋਈ ਜਾਂਦਾ, ਉਹ ਵੀ ਜਗਤ ਵਿੱਚ ਪ੍ਰਾਣ ਰੂਪ ਹਰੀ ਨੂੰ ਹਿਰਦੇ ਵਿੱਚ ਧਾਰ ਕੇ ਉਹ ਵੀ ਸਦੀਵੀ ਜਿਉਂਦਾ ਹੈ, ਉਹ ਵੀ ਜਨਮ ਤੇ ਮਰਨ ਵਿੱਚ ਨਹੀਂ ਪੈਂਦਾ। ਪਾਤਸ਼ਾਹ ਦੇ ਬਚਨ ਨੇ ਜੰਮਣ ਮਰਨ ਦਾ ਤਿੰਨ ਕੋ ਜੋ ਹਰ ਲੜ ਲਾਗੇ, ਜੰਮਣਾ ਤੇ ਮਰਨਾ ਨਿਵ੍ਰਿਤ ਹੋਇਆ ਜੋ ਲੜ ਗੁਰੂ ਨਾਨਕ ਦੇ ਲੱਗ ਗਏ। ਹਰੀ ਨੂੰ ਜਪਿਆ, ਰਾਧਿਆ, ਸੁਣਿਆ, ਤੇ ਸੱਚੇ ਦੇ ਦਰਬਾਰ ਵਿੱਚ ਗੁਰਮੁਖ ਸਦਾ ਸੋਹਣੇ ਨੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ। ਉਹਨਾਂ ਨੂੰ ਸੁੰਦਰ ਤੇ ਸੋਹਣੇ ਆਖਿਆ ਗੁਰਦੇਵ ਪਾਤਸ਼ਾਹ ਨੇ, ਜੋ ਗੁਰੂ ਨਾਨਕ ਦੇ ਘਰ ਸੰਗਤ ਵਿੱਚ ਇਕੱਤਰ ਹੁੰਦੇ ਨੇ, ਬਖਸ਼ੀਸ਼ਾਂ ਲੈਂਦੇ ਨੇ। ਹਰ ਮੰਦਰ ਹਰ ਸਾਜਿਓ, ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ, ਮਾਇਆ ਮੋਹ ਪਰ ਜਾਲ। ਪਾਤਸ਼ਾਹ ਫਰਮਾਉਂਦੇ ਨੇ ਭਾਈ ਪਿਆਰਿਓ, ਪਰਿਪੂਰਨ ਪਰਮਾਤਮਾ ਨੇ ਇਹ ਮਨੁੱਖ ਸਰੀਰ ਜੋ ਵੱਡਿਆਂ ਭਾਗਾਂ ਨਾਲ ਆਪਾਂ ਨੂੰ ਨਸੀਬ ਹੋਇਆ, ਮਿਲਿਆ, ਇੱਕ ਪਰਮਾਤਮਾ ਨੇ ਹਰੀ ਦਾ ਮੰਦਰ ਹੀ ਰਚਿਆ ਹੈ। ਉਸ ਵਿਧਾਤੇ ਨੇ ਆਪਣਾ ਘਰ ਬਣਾਇਆ ਹੈ। ਜਿਵੇਂ ਜਗਿਆਸੂ ਦੁਨਿਆਵੀ ਮਨੁੱਖ ਘਰ ਬਣਾਉਂਦਾ ਬੜਾ ਸੁੰਦਰ ਮਸਕਤ ਘਾਲ ਕੇ, ਡੂੰਘੀਆਂ ਨੀਹਾਂ ਰੱਖਦਾ, ਵਿੱਚ ਰਹਿਣਾ ਹੈ। ਉਸ ਦਾਤੇ ਮੇਰੇ ਪ੍ਰਭੂ ਨੇ ਵੀ ਸੁੰਦਰ ਘਰ ਇਹ ਤਨ ਬਣਾਇਆ, ਵਿੱਚ ਆਪ ਬੈਠਾ ਹੈ। ਪਾਤਸ਼ਾਹ ਫਰਮਾਉਂਦੇ ਨੇ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਹੀ ਮੇਰੇ ਵਾਹੀ ਗੁਰੂ ਦਾ ਘਰ ਹੈ, ਵਿੱਚ ਆਪ ਬੈਠਾ ਹੈ। ਹਰ ਮੰਦਰ ਹਰ ਸਾਜਿਆ, ਹਰ ਵਸੈ ਜਿਸ ਨਾਲ। ਦੇ ਸਾਥ ਮੇਰਾ ਵਾਹਿਗੁਰੂ ਆਪ ਵਸਦਾ ਹੈ। ਭਗਤ ਰਵਿਦਾਸ ਮਹਾਰਾਜ ਜੀ ਨੇ ਬਚਨ ਕਹਿ ਦਿੱਤੇ, ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਮੇਰਾ ਪ੍ਰਭੂ, ਮੇਰਾ ਵਾਹਿਗੁਰੂ ਹੱਥਾਂ ਪਾਵਾਂ ਨਾਲੋਂ ਵੀ ਨੇੜੇ ਹੈ, ਕਿਤੇ ਦੂਰ ਨਹੀਂ। ਪਰ ਪ੍ਰਾਪਤੀ ਕਿਵੇਂ ਹੈ ਉਸ ਦਾਤੇ ਮਾਲਕ ਦੀ? ਗੁਰਮਤੀਆਂ ਨੂੰ ਮਿਲਦਾ ਹੈ, ਕਿਉਂਕਿ ਗੁਰੂ ਦੀ ਮੱਤ ਧਾਰਨ ਵਾਲੇ ਜਗਿਆਸੂ ਗੁਰਮੁਖ
ਜਿਨ੍ਹਾਂ ਨੇ ਮਾਇਆ ਦਾ ਮੋਹ ਰਾਖ ਵਿੱਚ ਮਿਲਾ ਦਿੱਤਾ, ਪਰਮੇਸ਼ਰ ਨੂੰ ਪਾ ਲਿਆ। ਪਾਤਸ਼ਾਹ ਫਰਮਾਉਂਦੇ ਨੇ, ਗੁਰਮਤੀ ਖਾਦ ਪਾਇਆ, ਮਾਇਆ ਮੋਹ ਪਾਰ ਜਾਲ। ਜਾਲ ਦਿੱਤਾ ਵਿਸ਼ੇਸ਼ ਕਰਕੇ ਮਾਇਆ ਦੇ ਮੋਹ ਨੂੰ, ਗੁਰੂ ਦੀ ਮੱਤ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲਿਆ ਕਿ ਮੇਰੇ ਗੁਰੂ ਦੇ ਬਚਨ, ਗੁਰੂ ਦਾ ਉਪਦੇਸ਼, ਗੁਰੂ ਦਾ ਭਾਣਾ ਮੰਨਣਾ ਹੈ। ਖਾਰ ਮੰਦਰ ਵਸਤ ਅਨੇਕ ਹੈ, ਨਵ ਨਿਤ ਨਾਮ ਸਮਾਲ। ਧਨ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਇਸ ਸਰੀਰ ਰੂਪੀ ਹਰੀ ਦੇ ਮੰਦਰ ਵਿੱਚ ਭਾਈ ਕੀ ਕੁਝ ਨਹੀਂ, ਸਭ ਕੁਝ ਹੈ। ਪਾਤਸ਼ਾਹ ਕਹਿੰਦੇ ਨੇ ਕਿਤੇ ਦੂਰ ਲੱਭਣ ਦੀ ਲੋੜ ਹੀ ਨਹੀਂ। ਸਤਿਗੁਰੂ ਇਹ ਬਚਨ ਕਹਿੰਦੇ ਨੇ, ਹਰ ਮੰਦਰ ਵਸਤ ਅਨੇਕ ਹੈ। ਇੱਕ ਦੋ ਵਸਤੂ ਨਹੀਂ ਆਖਿਆ ਗੁਰਦੇਵ ਨੇ, ਅਨੇਕਾਂ ਵਸਤੂਆਂ। ਕਿਉਂ ਆਖਿਆ? ਕਾਰਨ ਕਿਉਂਕਿ ਉਹ ਰਚਣਹਾਰ ਤਰਲੋਕੀ ਦਾ ਮਾਲਕ ਇਸ ਤਨ ਵਿੱਚ ਬੈਠਾ ਹੈ, ਤੇ ਇੱਕ ਰੋਮ ਵਿੱਚ ਕੋਟਾਂ ਕੋਟਾਨ ਕੋਟ ਬ੍ਰਹਿਮੰਡ ਨੇ ਉਹ ਆਪ ਤਨ ਵਿੱਚ ਬੈਠਾ ਹੈ। ਅਨੇਕਾਂ ਵਸਤੂਆਂ ਤਨ ਵਿੱਚ ਨੇ। ਜਦੋਂ ਦਾਤਾ ਹੀ ਇਸ ਤਨ ਸੁੰਦਰ ਵਿੱਚ ਬੈਠਾ, ਅਨੇਕਾਂ ਵਸਤੂਆਂ ਉਸਦੇ ਹੱਥ ਵਸ ਨੇ। ਹਰ ਮੰਦਰ ਵਸਤ ਅਨੇਕ ਹੈ, ਨਵ ਨਿਧ ਨਾਮ ਸੰਭਾਲ। ਧਨ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਹੇ ਭਾਈ, ਇਸ ਸਰੀਰ ਵਿੱਚ ਨੌ ਨਿਧ ਰੂਪ ਨਾਮ ਨੂੰ ਸੰਭਾਲ, ਨਵ ਦਾ ਭਗਤੀ ਕਰ। ਪਰਮੇਸ਼ਰ ਮੇਰੇ ਵਾਹੇ ਗੁਰੂ ਦੀ ਯਾਦ ਚਿੰਤਨ ਵਿੱਚ ਜੋੜ। ਇਹ ਕੈਸੇ ਪਦਾਰਥ ਨੇ ਜਿਨ੍ਹਾਂ ਪਦਾਰਥਾਂ ਵਾਸਤੇ, ਮਾਇਆ ਵਾਸਤੇ ਦਿਨ ਰਾਤ ਭੱਜਿਆ ਫਿਰਦਾ ਹੈ। ਉਹ ਆਪਣੇ ਆਪ ਚੱਲ ਕੇ ਆ ਜਾਵਣਗੇ। ਉਹ ਕੈਸਾ ਨਾਮ ਮੇਰੇ ਵਾਹੇ ਗੁਰੂ ਪਰਮੇਸ਼ਰ ਦਾ, ਵੱਡੀਆਂ ਬਖਸ਼ੀਸ਼ਾਂ ਦਾ ਦਾਤਾ ਹੈ। ਇੱਕ ਨਾਮ ਨੂੰ ਜਪ, ਟੇਕ ਨਾਮ ਦੀ ਰੱਖ। ਪਾਤਸ਼ਾਹ ਦੇ ਬਚਨ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੇ ਸਦਾ ਵਸਾਏ। ਇੱਕ ਦੋ ਦਿਨ ਨਹੀਂ ਆਖਿਆ ਸਤਿਗੁਰਾਂ ਨੇ। ਸਦੀਵੀ ਹਿਰਦੇ ਵਿੱਚ ਵਸ ਜਾਵੇ ਨਾਮ ਪਰਮੇਸ਼ਰ ਦਾ, ਗੁਰੂ ਨਾਨਕ ਦਾ। ਤੇਰੇ ਪਦਾਰਥ ਨੌ ਨਿਧੀਆਂ ਵਿੱਚ ਸੋਨਾ ਆਦਿਕ ਜਗਤ ਦੇ ਪਦਾਰਥ ਆ ਜਾਂਦੇ ਨੇ। 18 ਸਿੱਧੀਆਂ, ਗੁਪਤ ਪ੍ਰਗਟ ਆਦਿਕ ਸਿੱਧ ਪੁਰਸ਼ ਹੋ ਜਾਂਦਾ ਹੈ। ਉਹ ਸਿੱਧੀਆਂ ਨੌ ਨਿਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ ਹੱਥ ਜੋੜੀ। ਇਹ ਫੁਰਨਾ ਬਣਾ ਤਤਕਾਲ ਖਲ। ਕੈਸਾ ਮਾਲਕ, ਕੈਸੀ ਉਸ ਦਾਤੇ ਦੀ ਬਖਸ਼ੀਸ਼, ਕਿਉਂਕਿ ਉਹ ਮਾਲਕ ਵੱਡਾ ਹੈ। ਜੋ ਰੱਬ ਦੇ ਪਿਆਰੇ ਭਗਤ ਸੰਤ ਹੁੰਦੇ ਨੇ, ਕੋਈ ਵੱਡਾ ਕਾਰਜ ਉਹਨਾਂ ਨੇ ਵਿੱਢਣਾ, ਭਾਵੇਂ ਧਨ ਵੀ ਨਹੀਂ ਕੋਲ, ਵਿੱਢ ਦਿੰਦੇ ਨੇ, ਸੰਪੂਰਨ ਹੋ ਜਾਂਦਾ ਹੈ। ਕਾਰਨ ਮਾਇਆ ਉਹਨਾਂ ਦੀ ਦਾਸੀ ਹੈ। ਇਹ ਨੌ ਨਿਧੀਆਂ 18 ਸਿੱਧੀਆਂ ਆਦਿਕ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜੀ ਖਲੋਤੀਆਂ ਨੇ ਕਿ ਸਾਨੂੰ ਹੁਕਮ ਦੇਣ ਮਹਾਤਮਾ ਸੇਵਾ ਕਰੀਏ, ਕਿਉਂਕਿ ਰੱਬ ਦੇ ਜਨ ਜਪਦੇ ਨੇ ਵਾਹਿਗੁਰੂ ਨੂੰ, ਅਰਾਧਦੇ ਨੇ ਪਰਮੇਸ਼ਰ ਨੂੰ। ਜਗਤ ਸੰਸਾਰ ਨਾਲ ਕਿਉਂ ਨਹੀਂ ਬਣ ਆਉਂਦੀ? ਭਗਤਾਂ ਦੀ, ਕਿਉਂਕਿ ਭਗਤਾਂ ਨੇ ਉਸ ਵਾਹਿਗੁਰੂ ਨੂੰ ਅਰਾਧਿਆ, ਟੇਕ ਵਾਹਿਗੁਰੂ ਦੀ। ਚੂਕੀ ਮੁਹਤਾਜੀ ਲੋਕਨ ਕੀ ਚੁੱਕ ਗਈ, ਸੰਸਾਰ ਦੀ ਕਨੌੜ ਅਧੀਨਗੀ ਨਹੀਂ ਰੱਖਦੇ। ਨੇਹੋ ਉਸ ਵਾਹਿਗੁਰੂ ਨਾਲ ਹੈ। ਤੇ ਵਾਹਿਗੁਰੂ ਕੈਸਾ ਨੇ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ ਆਪਣੇ ਭਗਤ ਪਿਆਰੇ ਹੁੰਦੇ ਨੇ। ਉਹ ਸਦੀਵੀ ਅੰਗ ਸੰਗ ਰਹਿੰਦਾ ਹੈ ਆਪਣੀਆਂ ਜਨਾਂ ਭਗਤਾਂ ਦੇ। ਸੰਤ ਕੈ ਸੰਗ ਵਸੈ ਦਿਨ ਰਾਤ, ਦਿਨ ਤੇ ਰਾਤ ਵਸਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਧੰਨ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ।
ਉਹ ਪੁਰਸ਼ ਪੁੰਨਾ ਵਾਲੇ ਧਨ ਨੇ, ਧਨ ਉਹਨਾਂ ਦਾ ਜਗਤ ਵਿੱਚ ਆਉਣਾ ਹੈ, ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਕੇ, ਗੁਰੂ ਵਾਲੇ ਬਣ ਕੇ ਪਰਮੇਸ਼ਰ ਨੂੰ ਖੋਜ ਕੇ ਲੱਭ ਲਿਆ। ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ, ਰੱਬ ਦੇ ਜਨਾਂ ਨੇ ਪਾਇਆ। ਮੈਂ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਪਾਇਆ, ਰਿਝਾਇਆ ਪ੍ਰੀਤਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਪ੍ਰਤੱਖ ਗੁਰੂ ਨਾਨਕ ਨੂੰ ਪ੍ਰਗਟ ਕੀਤਾ, ਭੋਗ ਲਵਾਇਆ, ਜੋ ਅੱਜ ਵੀ ਸਤਿਗੁਰਾਂ ਨੂੰ ਪ੍ਰਤੱਖ ਭੋਗ ਲੱਗਦਾ ਹੈ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ। ਜਿੱਥੇ ਹਰੀ ਦੀ ਮਰਜ਼ਾਦਾ, ਹਰੀ ਦਾ ਪੂਜਨ, ਉੱਥੇ ਹਰੀ ਪ੍ਰਤੱਖ ਬੈਠਾ ਹੈ, ਹਾਜ਼ਰਾ ਹਜੂਰ ਹੈ। ਬੜ ਭਾਗੀ ਗੜ ਮੰਦਰ ਖੋਜਿਆ, ਹਰ ਹਿਰਦੈ ਪਾਇਆ ਨਾਲ। ਜਿਨ੍ਹਾਂ ਬੜ ਭਾਗੀਆਂ ਨੇ ਇਹ ਸਰੀਰ ਮੰਦਰ ਦੇ ਵਿੱਚ ਕਿਲੇ ਰੂਪੀ ਅੰਤਸ਼ਕੰਡ ਵਿੱਚ ਖੋਜਿਆ ਕਿ ਮੇਰੇ ਸਤਿਗੁਰੂ ਦੀ ਬਾਣੀ, ਉਪਦੇਸ਼ ਸਿਧਾਂਤ, ਕਿ ਮੇਰਾ ਵਾਹਿਗੁਰੂ ਇਸ ਤਨ ਵਿੱਚ ਬੈਠਾ ਹੈ। ਇਹ ਤਨ ਉਸ ਵਾਹਿਗੁਰੂ ਦੀ ਅੰਸ਼ ਵੰਸ਼ ਹੈ। ਉਹ ਵਿਚਾਰੀ ਹੋ ਗਏ, ਉਹਨਾਂ ਨੇ ਪ੍ਰਾਪਤੀ ਕਰ ਲਈ, ਜੋ ਕਿ ਤਨ ਵਿੱਚ ਬੈਠਾ ਕਿਤੇ ਦੂਰ ਨਹੀਂ। ਵੱਡ ਭਾਗੀ ਗੜ ਮੰਦਰ ਖੋਜਿਆ, ਹਰ ਹਿਰਦੈ ਪਾਇਆ ਨਾਮ। ਤਿਨਾਂ ਨੇ ਹਿਰਦੇ ਦੇ ਸਾਥ ਵਾਹਿਗੁਰੂ ਨੂੰ ਪਾ ਲਿਆ, ਪ੍ਰਾਪਤੀ ਕਰ ਲਈ। ਮਨ ਮੁਖ ਦਹਿ ਦਿਸ ਫਿਰ ਰਹੇ, ਅਤ ਤਿਸਨਾ ਲੋਭ ਵਿਕਾਰ। ਮਾਇਆ ਮੋਹ ਨਾ ਚੁਕਈ, ਮਰ ਜਮੈ ਵਾਰੋ ਵਾਰ। ਮਨਮੁਖ ਦਸੋ ਦਿਸ਼ਾ ਵਿੱਚ ਫਿਰ ਰਹੇ ਨੇ, ਦਸੋ ਦਿਸ਼ਾ ਵਿੱਚ। ਜਿਨ੍ਹਾਂ ਨੇ ਰਿਸ਼ਨਾ ਲੋਭ ਆਦਿਕ ਵਿਕਾਰ ਅਸਥਿਤ ਨੇ, ਜਿਨ੍ਹਾਂ ਵਿੱਚ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਵਿੱਚੋਂ ਗ੍ਰਸੇ ਹੋਏ ਨੇ ਮਨਮੁਖ, ਜਿਨ੍ਹਾਂ ਦੇ ਹਿਰਦੇ ਤੇ ਮਾਇਆ ਦਾ ਮੋਹ ਦੂਰ ਨਹੀਂ ਹੁੰਦਾ, ਅਧਿਕ ਮਾਇਆ ਚਾਹੁੰਦੇ ਨੇ। ਥੋੜ੍ਹੀ ਹੈ ਵੱਧ ਚਾਹੁੰਦੇ ਨੇ, ਵੱਧ ਆਈ ਉਸ ਤੋਂ ਵੀ ਵੱਧ। ਇਸ ਲਈ ਉਹ ਵਾਰੰਵਾਰ ਫਿਰ ਜਨਮ ਦੇ ਤੇ ਮਰਦੇ ਰਹਿੰਦੇ ਨੇ। ਸਤਿਗੁਰ ਸੇਵ ਸੁਖ ਪਾਇਆ, ਅਤ ਤਿਸਨਾ ਤਜ ਵਿਕਾਰ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਆਰਾਧਿਆ, ਤੇ ਕਰਕੇ ਤ੍ਰਿਸ਼ਨਾ ਲੋਭ ਆਦਿਕ ਵਿਕਾਰਾਂ ਨੂੰ ਦੂਰ ਕੀਤਾ। ਸਤਿਗੁਰ ਸੇਵ ਸੁਖ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਵਿਕਾਰਾਂ ਨੂੰ ਤਿਆਗ ਦਿੱਤਾ, ਸੁੱਖਾਂ ਵਿੱਚ ਵਾਸਾ ਹੋਇਆ, ਆਨੰਦ ਤੇ ਰਸ ਉਹਨਾਂ ਨੇ ਪਾਇਆ ਹੈ। ਜਨਮ ਮਰਨ ਕਾ ਦੁੱਖ ਗਿਆ, ਜਨ ਨਾਨਕ ਸ਼ਬਦ ਵਿਚਾਰ। ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਦੇ ਵਿਚਾਰ ਕਰਿਆ ਤਿੰਨ ਜਨਾਂ ਦਾ ਜਨਮ ਤੇ ਮਰਨ ਦਾ ਦੁੱਖ ਸੰਪੂਰਨ ਹੀ ਦੂਰ ਹੋ ਗਿਆ। ਹਰ ਹਰ ਨਾਮ ਧਿਆਏ ਮਨ, ਹਰ ਦਰਗਹਿ ਪਾਵੈ ਮਾਨ। ਪਾਤਸ਼ਾਹ ਫਰਮਾਉਂਦੇ ਨੇ ਭਾਈ, ਮਨ ਕਰਕੇ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਆਨੰਦ ਸਾਹਿਬ ਦੇ ਵਿੱਚ ਪਾਵਨ ਬਚਨ ਕਹੇ ਨੇ, ਮਨ ਨੂੰ ਸੰਬੋਧਨ ਕਰਦੇ ਹਾਂ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਈ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੁਣਾ। ਪਾਤਸ਼ਾਹ ਮਨ ਨੂੰ ਕਹਿੰਦੇ ਨੇ, ਕਿਉਂਕਿ ਮਨ ਦੀ ਖੇਡ ਹੈ। ਹਰ ਹਰ ਨਾਮ ਧਿਆਏ ਮਨ, ਖੇ ਮਨਾ ਬਾਣੀ ਕਰਕੇ ਪਰਮੇਸ਼ਰ ਦੇ ਨਾਮ ਦਾ ਧਿਆਵਣਾ ਕਰ, ਨਾਮ ਜਪ। ਇਹ ਮਨ ਖਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹ ਸਦੀਵੀ ਵਡਿਆਈਆਂ ਬਖਸ਼ਦਾ, ਐਸਾ ਦਾਤਾ ਹੈ, ਵੱਡਾ ਮਾਲਕ ਹੈ। ਉਹਦੀ ਦਾਤ ਵੀ ਵੱਡੀ, ਕਿਉਂਕਿ ਦਾਤਾ ਵੱਡਾ ਹੈ। ਜੇ ਵਡਿਆਪ ਤੇ ਵੱਡ ਤੇਰੀ ਦਾਤ। ਜਿਤਨਾ ਵੱਡਾ ਮੇਰਾ ਵਾਹਿਗੁਰੂ ਆਪ, ਉਤਨੀ ਵੱਡੀ ਉਹਦੀ ਬਖਸ਼ੀਸ਼ ਦਾਤ ਹੈ।
ਜਿਵੇਂ ਰਾਜੇ ਪਾਸ ਮੰਗਣ ਜਾਈਏ, ਉਹ ਥੋੜਾ ਪਦਾਰਥ ਮੰਗੀਏ ਜ਼ਿਆਦੇ ਦੇਵੇਗਾ, ਕਿਉਂਕਿ ਰਾਜਾ ਹੈ। ਪਰ ਮੇਰਾ ਵਾਹਿਗੁਰੂ ਕੈਸਾ ਰਾਜਾ, ਜਗਤ ਦੇ ਰਾਜੇ ਤਾਂ ਤੁਛ ਰਾਜੇ ਨੇ, ਕਉ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰ ਇਹ ਵਾਜਾ। ਇਹ ਝੂਠੇ ਰਾਜੇ ਨੇ 4 ਦਿਨਾਂ ਦੇ। ਉਹ ਸੱਚਾ ਰਾਜਾ ਮੇਰਾ ਵਾਹਿਗੁਰੂ ਕੈਸਾ ਰਾਜਾ, ਜੇ ਤੁਛ ਪਦਾਰਥ ਮੰਗਾਂਗੇ ਵੱਡਾ ਮਿਲੇਗਾ, ਕਿਉਂਕਿ ਵੱਡਾ ਮਾਲਕ ਉਸਦੀ ਵੱਡੀ ਦਾਤ ਹੈ। ਕੋਈ ਛੋਟਾ ਕਾਰਜ ਵੀ ਸ਼ੁਰੂ ਕਰੀਏ, ਟੇਕ ਲੈ ਲਈਏ ਗੁਰੂ ਨਾਨਕ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੱਡਾ ਹੋ ਜਾਂਦਾ। ਫਿਰ ਸੁਤੇ ਮਨੋ ਕਹਿੰਦਾ ਕਰਨਾ ਛੋਟਾ ਸੀ, ਵੱਡਾ ਹੋ ਗਿਆ, ਕਿਉਂਕਿ ਮਾਲਕ ਵੱਡਾ ਹੈ। ਜਿਸ ਅੱਗੇ ਅਰਦਾਸ ਬੇਨਤੀ ਕੀਤੀ ਹੈ, ਉਹ ਦਾਤਾ ਵੱਡਾ, ਉਸਦੀ ਦਾਤ ਵੱਡੀ ਹੈ। ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਜੋ ਪਾਤਸ਼ਾਹ ਪਾਵਨ ਵਚਨ ਕਹਿੰਦੇ ਨੇ ਭਾਈ, ਖਰ ਖਰ ਨਾਮ ਧਿਆਏ ਮਨ, ਹਰ ਦਰਗਹਿ ਪਾਵੈ ਮਾਨ। ਹੇ ਭਾਈ, ਪਰਮੇਸ਼ਵਰ ਦੇ ਨਾਮ ਨੂੰ ਮਨ ਕਰਕੇ ਧਿਆ, ਸੰਕਲਪਾਂ ਵਿਕਲਪਾਂ ਤੋਂ ਦੂਰ ਕਰ ਮਨ ਨੂੰ, ਨਿਰਵਿਕਲਪ ਸਮਾਧੀ ਲਾ, ਜੁੜ ਸੱਚੇ ਦੀ ਯਾਦ ਵਿੱਚ। ਵਾਹਿਗੁਰੂ ਦਰਗਾਹ ਵਿੱਚ ਮਾਣ ਵਡਿਆਈ ਪਾ ਲਵੇਂਗਾ। ਕਹਿ ਵੈਖ ਪਾਪ ਸਭ ਕੱਟੀਐ, ਹੋ ਮੈਂ ਚੁਕੈ ਗੁਮਾਨ। ਪਾਤਸ਼ਾਹ ਫਰਮਾਉਂਦੇ ਨੇ, ਕਹਿ ਵੈਖ, ਇੱਕ ਤਾਂ ਪਾਪ, ਇੱਕ ਮਹਾ ਪਾਪ ਨੂੰ ਕਿਲਵੇ ਕਹਿੰਦੇ ਨੇ, ਕਿ ਵੱਡੇ ਪਾਪ ਤੇਰੇ ਕੀਤੇ ਹੋਏ ਉਹ ਸਭ ਕੱਟੇ ਜਾਵਣਗੇ। ਕਿਵੇਂ ਕੱਟੇ ਜਾਵਣਗੇ? ਜੇ ਤੂੰ ਪਰਮੇਸ਼ਰ ਦਾ ਨਾਮ ਜਪੇ। ਐਸਾ ਨਾਮ ਮੇਰੇ ਵਾਹਿਗੁਰੂ ਦਾ, ਐਸੀ ਬੰਦਗੀ ਜਿਸ ਨਾਮ ਨੂੰ ਜਪਿਆ ਮਹਾ ਵੱਡੇ ਪਾਪ ਵੀ ਕੱਟੇ ਜਾਂਦੇ ਨੇ। ਐਸਾ ਨਾਮ ਹੈ ਮੇਰੇ ਵਾਹਿਗੁਰੂ। ਨਾਮ ਦੀ ਜਪਿਆ ਸੰਪੂਰਨ ਮਹਾ ਪਾਪ, ਸਮਾਨ ਪਾਪ ਕੱਟੇ ਜਾਂਦੇ ਨੇ। ਹਉਮੈ ਦਾ ਗੁਮਾਨ ਵੀ ਦੂਰ ਹੋ ਜਾਂਦਾ। ਫਿਰ ਹਉਮੈ ਨਹੀਂ ਵਿਆਪਦੀ, ਕਿਉਂਕਿ ਤਰਲੋਕੀ ਦੇ ਮਾਲਕ ਦੀ ਜਦੋਂ ਨਦਰ ਵੇਖਦੀ ਹੁੰਦੀ ਹੈ। ਗੁਰਮੁਖ ਕਮਲ ਵਿਗਸਿਓ, ਸਭ ਆਤਮ ਬ੍ਰਹਮ ਪਛਾਨ। ਗੁਰਮੁਖਾਂ ਦਾ ਹਿਰਦਾ ਕਮਲ ਖਿੜਿਆ ਹੈ। ਬੜੇ ਪ੍ਰਸੰਨ ਹੁੰਦੇ ਨੇ ਰੱਬ ਦੇ ਪਿਆਰੇ ਗੁਰਮੁਖ। ਉਹਨਾਂ ਦਾ ਹਿਰਦਾ ਸਦੀਵੀ ਖਿੜਿਆ ਰਹਿੰਦਾ ਹੈ ਆਨੰਦ ਤੇ ਰਸ ਵਿੱਚ, ਕਿਉਂਕਿ ਰੱਤੇ ਹੋਏ ਨੇ ਕਿ ਉਹਨਾਂ ਨੇ ਸਰਬ ਵਿੱਚ ਆਤਮ ਰੂਪ ਬ੍ਰਹਮ ਨੂੰ ਪਹਿਚਾਣਿਆ ਹੈ। ਰੰਗ ਵਿੱਚ ਰੱਤੇ ਨੇ, ਬੇਮੋਹਤਾਜਗੀ ਉਹਨਾਂ ਨੂੰ ਕਿਸੇ ਦੀ ਨਹੀਂ ਹੁੰਦੀ। ਪਾਤਸ਼ਾਹ ਦੇ ਬਚਨ ਵੀ ਨੇ, ਰੰਗ ਖਸੈ ਰੰਗ ਰੋਵੈ, ਚੁੱਪ ਭੀ ਕਰ ਜਾ ਕੇ, ਪ੍ਰਵਾਹ ਨਾਹੀ ਕਿਸੇ ਕੀ ਰਿਵਾਜ ਸੱਚੇ ਨਾ। ਰੰਗ ਵਿੱਚ ਰੋਂਦੇ ਵੀ ਨੇ, ਵਿਰਾਗ ਵਿੱਚ ਆਏ ਜੁੜੇ ਹੋਏ ਪ੍ਰਭੂ ਦੀ ਯਾਦ ਵਿੱਚ। ਹੱਸਦੇ ਵੀ ਨੇ, ਚੁੱਪ ਵੀ ਕਰ ਜਾਂਦੇ ਨੇ, ਪਰ ਸੰਸਾਰੀਆਂ ਦੀ ਅਧੀਨਗੀ ਕੋਈ ਵੀ ਨਹੀਂ। ਬੇਮੋਹਤਾਜ ਨੇ, ਕਿਸੇ ਦੀ ਕਦੋਂ ਕਨੌੜ ਤੇ ਅਧੀਨਗੀ ਨਹੀਂ ਰੱਖਦੇ ਰੱਬ ਦੇ ਪਿਆਰੇ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਜਬ ਪਰਮਾਤਮਾ ਨੇ ਹਰ ਪ੍ਰਕਾਰ ਗੁਰਮੁਖਾਂ ਪਰ ਭਾਈ ਆਪਣੀ ਕਿਰਪਾ ਧਾਰੀ, ਤਬ ਤਿਨਾਂ ਨੇ ਮਨ ਬਾਣੀ ਕਰਕੇ ਨਾਮ ਨੂੰ ਜਪਿਆ। ਜਪਣ ਲੱਗ ਗਏ ਨਾਮ, ਕਿਉਂਕਿ ਕਿਰਪਾ ਮੇਰੇ ਵਾਹਿਗੁਰੂ ਦੀ। ਅਨਾਸਰੀ ਤਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ। ਹੇ ਭਾਈ, ਅਸੁਰੀ ਸੰਪਦਾ ਰੂਪੀ ਧਨ ਦੇ ਧਾਰਨ ਵਾਲੀ ਜੋ ਬੁੱਧੀ ਹੈ, ਅਨਾਸਰੀ ਧਨਵੰਤੀ ਜਾਣੀਐ ਭਾਈ। ਪਾਤਸ਼ਾਹ ਫਰਮਾਉਂਦੇ ਨੇ, ਸੋ ਤਬ ਦੈਵੀ ਸੰਪਤੀ ਰੂਪ ਧਨ ਵਾਲੀ ਜਾਣੀ ਜਾਵੇਗੀ ਜਬ ਸਤਿਗੁਰੂ ਦੀ ਕਾਰ ਨੂੰ ਕਰੇ, ਭਾਵ ਸ਼ਰਧਾ ਸਹਿਤ ਸੇਵਾ ਕਰੀ। ਕਿਉਂਕਿ ਸੇਵਾ ਕਰਨ ਵਿੱਚ ਵੀ ਬੜਾ
ਅੰਤਰ ਹੈ, ਭੇਦ ਹੈ। ਪਾਤਸ਼ਾਹ ਦੇ ਬਚਨ ਨੇ, ਸਤ ਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਚਿੱਤ ਲਾ ਕੇ ਸ਼ਰਧਾ ਦੇ ਨਾਲ ਇਹ ਭਾਈ ਬਹਿਲੋ ਨੇ ਸੇਵਾ ਕੀਤੀ। ਫਿਰ ਬਚਨ ਕੀ ਕੀਤੇ ਗੁਰਦੇਵ ਪਾਤਸ਼ਾਹ ਜੀ ਨੇ? ਭਾਈ ਬਹਿਲੋ ਸਭ ਤੋਂ ਪਹਿਲਾ ਨੰਬਰ ਲੈ ਕੇ ਆ। ਕੈਸੀਆਂ ਬਖਸ਼ਿਸ਼ਾਂ ਭਾਈ ਮੰਝ ਨੇ ਸੇਵਾ ਕੀਤੀ, ਔਰ ਕੈਸੀਆਂ ਬਖਸ਼ਿਸ਼ਾਂ ਗੁਰਦੇਵ ਨੇ ਕੀਤੀਆਂ। ਮੰਝ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣ ਖਾਰਾ। ਵੱਡੀਆਂ ਬਖਸ਼ਾਂ ਕੀਤੀਆਂ ਭਾਈ ਮੰਝ ਤੇ। ਤਨ ਮਨ ਸੌਂਪੇ ਜੀ ਸੋ ਭਾਈ, ਲੈ ਹੁਕਮ ਫੇਰਾਓ। ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਦੀ ਜੋ ਸੇਵਾ ਟਹਿਲ, ਸਤਿਗੁਰੂ ਦੇ ਅੱਗੇ ਤਨ ਮਨ ਜੀ ਸੰਯੁਕਤ ਨੂੰ ਅਰਪਣ ਕਰ ਦੇਣਾ ਕਿ ਮੇਰੇ ਮੁਰਸ਼ਦ ਮੇਰੇ ਗੁਰੂ ਦਾ ਹੀ ਤਨ ਮਨ ਧਨ ਹੈ। ਇਹ ਪਾਤਸ਼ਾਹ ਦੇ ਬਚਨ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਤਨ ਮਨ ਧਨ ਸੌਂਪ ਦਿੱਤਾ, ਕੇਵਲ ਇੱਥੋਂ ਤੱਕ ਨਹੀਂ, ਫਿਰ ਹੁਕਮ ਮੰਨਣਾ ਪਵੇਗਾ। ਹੁਕਮ ਮੰਨਿਆ ਭਾਈ, ਫਿਰ ਮੇਲ ਹੈ ਉਸ ਵਾਹਿਗੁਰੂ ਨਾਲ। ਜੋ ਪਾਤਸ਼ਾਹ ਬਚਨ ਕਹਿੰਦੇ ਨੇ, ਤਿੰਨਾਂ ਦਾ ਹੁਕਮ ਮੰਨ ਕੇ ਅਸੁਰੀ ਸੰਪਤੀ ਤੇ ਬੁੱਧੀ ਨੂੰ ਮੋੜ ਲਵੇ। ਜੈ ਬੈਸਾ ਵਹਿ ਬੈਸਹਿ ਪਾਈ, ਜਹ ਭੇਜਹਿ ਤਹਿ ਜਾਓ। हे ਭਾਈ, ਜਿੱਥੇ ਮੇਰਾ ਸਤਿਗੁਰੂ ਬਿਠਾਵੇ ਉੱਥੇ ਬੈਠਣਾ ਕਰੀਏ, ਜਿੱਥੇ ਭੇਜੇ ਉੱਥੇ ਜਾਈਏ, ਕਿਉਂਕਿ ਗੁਰੂ ਦਾ ਹੁਕਮ ਮੰਨਣਾ ਹੈ। ਹੁਕਮ ਮੰਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਵੱਡੀਆਂ ਬਖਸ਼ਿਸ਼ਾਂ ਹੁਕਮ ਦੇ ਵਿੱਚ ਨੇ। ਇਹ ਵੱਡ ਧਨ ਹੋਰ ਕੋ ਨਹੀਂ ਪਾਈ, ਜੇ ਵੱਡ ਸੱਚਾ ਨਾਮ। ਜਿਤਨਾ ਵੱਡਾ ਸੱਚੇ ਪਰਮੇਸ਼ਰ ਦਾ ਨਾਮ ਹੈ, ਇਸ ਤੇ ਵੱਡਾ ਹੋਰ ਕੋਈ ਧਨ ਹੀ ਨਹੀਂ ਜਗਤ ਵਿੱਚ। ਮਨੁੱਖ ਦੁਨਿਆਵੀ ਧਨ ਨੂੰ ਵੱਡਾ ਕਹਿੰਦਾ, ਇਹ ਤਾਂ ਝੂਠਾ ਧਨ ਹੈ, ਸਦੀਵੀ ਰਹਿਣ ਵਾਲਾ ਨਹੀਂ। ਆਉਂਦਾ ਹੈ ਜਾਂਦਾ ਹੈ, ਸਦੀਵੀ ਇਹ ਬਣਿਆ ਨਹੀਂ ਰਹਿੰਦਾ। ਸੱਚਾ ਧਨ ਨਾਮ ਦਾ ਹੈ, ਇਸ ਤੋਂ ਵੱਡਾ ਕੋਈ ਧਨ ਹੀ ਨਹੀਂ। ਪਾਤਸ਼ਾਹ ਬਚਨ ਕਹਿੰਦੇ ਨੇ, ਇਹ ਵੱਡ ਧਨ ਖੋਰ ਕੋ ਨਹੀਂ ਭਾਈ, ਜੇ ਵੱਡ ਸੱਚਾ ਨਾਮ। ਜੋ ਸੱਚੇ ਪਰਮੇਸ਼ਰ ਦਾ ਨਾਮ ਵੱਡਾ, ਹੋਰ ਇਸ ਤੇ ਕੋਈ ਧਨ ਹੀ ਨਹੀਂ। ਸਦਾ ਸੱਚੇ ਕੇ ਗੁਣ ਗਾਵਾ ਪਾਈ, ਸਦਾ ਸੱਚੇ ਕੈ ਸੰਗ ਰਾਓ। ਪਾਤਸ਼ਾਹ ਫਰਮਾਉਂਦੇ ਨੇ, हे ਭਾਈ, ਸਦਾ ਸੱਚੇ ਦੇ ਗੁਣ ਬਾਣੀ ਕਰਕੇ ਗਾਇਨ ਕਰੀਏ, ਗੁਣ ਗਾਈਏ ਗੁਰੂ ਨਾਨਕ ਦੇ, ਮੇਰੇ ਵਾਹਿਗੁਰੂ ਦੇ। ਜਿਸ ਮਾਲਕ ਮੇਰੇ ਪਰਵਰਦਗਾਰ ਨੇ ਵੱਡੀਆਂ ਬਖਸ਼ਾਂ ਰਹਿਮਤਾਂ ਕੀਤੀਆਂ ਨੇ, ਅਮੋਲਕ ਜਨਮ ਦੀ ਆਪਾਂ ਨੂੰ ਦਾਤ ਦਿੱਤੀ, ਉਸ ਦਾਤੇ ਦੇ ਗੁਣ ਗਾਈਏ। ਨੇ ਸੁੱਖ ਆਰਾਮ ਭੋਗ ਬਖਸ਼ੇ ਨੇ, ਉਸ ਵਾਹਿਗੁਰੂ ਦੀ ਸਿਫਤ ਕਰੀਏ। ਸਦਾ ਹੀ ਤੇ ਸੱਚੇ ਵਾਹਿਗੁਰੂ ਦੇ ਸਾਥ ਮਨ ਕਰਕੇ ਸਥਿਤ ਰਹੀਏ, ਮਨ ਜੋੜੀਏ। ਭਾਵੇਂ ਵਿਹਾਰ ਧੰਦੇ ਵੀ ਕਰੀਏ, ਜਗਤ ਵਿੱਚ ਵਿਚਰੀਏ, ਪਰ ਮਨ ਜੁੜਿਆ ਹੋਵੇ। ਪੈਨਣ ਗੁਣ ਚੰਗਿਆਈਆ ਪਾਈ, ਆਪਣੀ ਪਤ ਕੇ ਸਾਧ ਆਪੇ ਖਾਏ। ਪਾਤਸ਼ਾਹ ਫਰਮਾਉਂਦੇ ਨੇ, ਤੇ ਗੁਣ ਕਥਾ ਕੀਰਤਨ ਸੁਣਨਾ ਰੂਪ ਜੋ ਪਹਿਨਣਾ ਕਰਦਾ ਹੈ। ਪਾਰੀ ਉਪਕਾਰ ਆਦਿਕ ਚੰਗਿਆਈਆਂ ਭਲੇ ਕਰਨ, ਕਿ ਉਹ ਆਪਣੀ ਪ੍ਰਤੀਸ਼ਠਾ ਦੇ ਸਵਾਦ ਨੂੰ ਆਪੇ ਖਾਂਦਾ ਤੇ ਭੋਗਦਾ ਵੀ ਹੈ। ਭਾਵ ਸਵੱਛ ਨਿਰਮਲ ਕਰਮ ਵੀ ਜਗਤ ਵਿੱਚ ਕਰਦਾ ਹੈ, ਔਰ ਗੁਣ ਕਥਾ ਕੀਰਤਨ ਸੁਣਨਾ ਇਹ ਪਹਿਨਣਾ ਕਰਦਾ ਹੈ। ਕਿਉਂਕਿ ਵੱਡਾ ਫਲ ਹੈ ਜੋ ਸੰਗਤ ਵਿੱਚ ਇਕੱਤਰ ਹੋਣਾ, ਸਤਿਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨਾ। ਪਾਤਸ਼ਾਹ ਦੇ ਬਚਨ ਵੀ ਨੇ,
ਕੋਟ ਪੁੰਨ ਸੁਣ ਹਰ ਕੀ ਬਾਣੀ। ਜੇ ਪਰਮੇਸ਼ਰ ਦੀ ਬਾਣੀ ਜੋ ਧੁਰੋਂ ਸੱਚਖੰਡ ਵਿੱਚੋਂ ਆਈ ਹੈ, ਸਰਵਣ ਕਰੀਏ ਕਰੋੜਾਂ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਟ ਫਲਾਂ ਗੁਰ ਤੇ ਵਿਧ ਜਾਣੀ। ਜੇ ਗੁਰੂ ਦੀ ਵਿਧੀ ਅਨੁਸਾਰ ਭਾਵ ਗੁਰਮੁਖ ਬਣ ਕੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਬਾਣੀ ਸੁਣੀਏ, ਕਰੋੜਾਂ ਫਲਾਂ ਦੀ ਪ੍ਰਾਪਤੀ। ਕੈਸੀਆਂ ਬਖਸ਼ਿਸ਼ਾਂ ਨੇ, ਗੁਰੂ ਨਾਨਕ ਦੇ ਘਰ ਦੀਆਂ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਉਸਦੇ ਰਸ ਤੇ ਆਨੰਦ ਨੂੰ ਉਹ ਸਵੈਮ, ਉਹ ਜਗਿਆਸੂ ਗੁਰਮੁਖ ਭੋਗਦਾ ਤੇ ਮਾਣਦਾ ਹੈ। ਤਿਸ ਕਾ ਕਿਆ ਸਾਲਾਹੀਐ ਭਾਈ, ਦਰਸ਼ਨ ਕੋ ਬਲ ਜਾਏ। ਪਾਤਸ਼ਾਹ ਫਰਮਾਉਂਦੇ ਨੇ, ਤਿਸ ਪੁਰਸ਼ ਦਾ ਕਿਆ ਸਲਾਹਣਾ ਕਰੀਏ, ਕਿਆ ਗੁਣ ਗਾਈਏ। ਤਿਸ ਦੇ ਦਰਸ਼ਨ ਪਾਸ ਸਦੀਵੀ ਬਲਿਹਾਰ ਜਾਈਦਾ ਹੈ। ਅਤ ਹੀ ਉਸਤਤ ਯੋਗ ਹੈ ਉਹ ਰੱਬ ਦਾ ਜਨ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਮਿਲੈ ਤਾਂ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਸਤਿਗੁਰੂ ਦੇ ਵਿੱਚ ਵੱਡੀਆਂ ਵਡਿਆਈਆਂ ਨੇ, ਔਰ ਵਡਿਆਈਆਂ ਬਖਸ਼ਦਾ ਹੈ ਮੇਰਾ ਗੁਰੂ। ਨਿਮਾਣਿਆਂ ਨੂੰ ਮਾਣ ਬਖਸ਼ ਦਿੰਦਾ ਹੈ। ਉਹ ਗਰੀਬ ਨਵਾਜ਼ ਹੈ, ਨੀਚ ਹੈ ਊਚ ਕਰੇ ਮੇਰਾ ਗੋਬਿੰਦ। ਉਹ ਦਾਤਾ ਕੈਸਾ, ਕਿੰਨ ਪਲ ਵਿੱਚ ਪਾਤਸ਼ਾਹੀਆਂ ਬਖਸ਼ ਦਿੰਦਾ ਹੈ। ਐਸਾ ਮਾਲਕ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੋਆ। ਉਹ ਐਸਾ ਦਾਤਾ, ਉਸ ਦਾਤੇ ਦੀ ਜਿਨ੍ਹਾਂ ਨੇ ਸ਼ਰਨ ਲੈ ਲਈ ਤੇ ਵੱਡੀਆਂ ਬਖਸ਼ਿਸ਼ਾਂ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੈ ਤਾਂ ਪਾਏ। ਪਰੰਤੂ ਭਾਗ ਹੋਵੇ, ਕਰਮ ਭਾਗ ਤੋਂ ਬਿਨਾਂ ਪ੍ਰਾਪਤੀ ਨਹੀਂ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਤਾਵੈ। ਸਤਪੁਰਸ਼ਾਂ ਨੇ ਪਾਵਨ ਬਚਨ ਕਰਨੇ ਭਾਈ। ਜੇ ਉਦਮ ਕਰੇਗਾ, ਗੁਰੂ ਘਰ ਆਵੇਂਗਾ, ਸੇਵਾ ਟਹਿਲ ਕਰੇਗਾ, ਤੇਰੇ ਕਰਮ ਭਾਗ ਬਣਨਗੇ। ਘਰ ਬੈਠਿਆਂ ਨਹੀਂ, ਉਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁਖ ਪਹੁੰਚ, ਤੇ ਆਇਂਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦੋਂ ਵੀ ਕਰ, ਤੇਰੇ ਭਾਗ ਬਣਨਗੇ, ਭਾਗ ਬਣ ਗਏ, ਬਖਸ਼ਿਸ਼ਾਂ ਹੋਣਗੀਆਂ, ਕਿਉਂਕਿ ਉਹ ਵੱਡਾ ਮਾਲਕ ਹੈ। ਵੈਸੇ ਸਤਿਗੁਰੂ ਨੂੰ ਪਾ ਲਵੇਂਗਾ, ਕਿਉਂਕਿ ਭਾਗਾਂ ਤੋਂ ਬਿਨਾਂ ਗੁਰੂ ਨਹੀਂ ਮਿਲਦਾ। ਉਹ ਭਾਗ ਬਣਾਵੇਂਗਾ ਫਿਰ ਬਣਨਗੇ। ਇੱਕ ਹੁਕਮ ਮੰਨਣਾ ਜਾਣਨੀ ਭਾਈ, ਦੂਜੇ ਭਾਏ ਫਿਰਾਏ। ਇੱਕ ਮਨਮੁਖ ਸਤਿਗੁਰੂ ਦੇ ਹੁਕਮ ਨੂੰ ਮੰਨ ਨਹੀਂ ਜਾਣਦੇ, ਇਹ ਭਾਈ ਉਹ ਦਵੈਤ ਭਾਵ ਵਿੱਚ ਲੱਗੇ ਫਿਰਦੇ ਨੇ। ਸੰਗਤ ਢੋਈ ਨਾ ਮਿਲੈ ਭਾਈ, ਬੈਸਣ ਮਿਲੈ ਨਾ ਥਾਉ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੇਨਾਂ ਨੂੰ ਸਤਿਪੁਰਸ਼ਾਂ ਦੀ ਸੰਗਤ ਵਿੱਚ ਆਦਰ ਨਹੀਂ ਮਿਲਦਾ। ਬੈਸਣੇ ਨੂੰ ਕੋਈ ਅਸਥਾਨ ਵੀ ਨਹੀਂ ਮਿਲਦਾ ਉਹਨਾਂ ਨੂੰ। ਨਾਨਕ ਹੁਕਮ ਤੇਨਾ ਮਨਾਏ ਸੀ ਭਾਈ, ਜਿਨ੍ਹਾਂ ਧੁਰੇ ਕਮਾਇਆ ਨਾਉ। ਸਤਿਗੁਰੂ ਫਰਮਾਉਂਦੇ ਨੇ, ਪਿਆਰਿਓ, ਜਿਨ੍ਹਾਂ ਨੂੰ ਬਖਸ਼ਿਸ਼ਾਂ ਹੋਈਆਂ, ਤਰਲੋਕੀ ਦੇ ਮਾਲਕ, ਇਹਨਾਂ ਨੂੰ ਵਾਹਿਗੁਰੂ ਆਪਣਾ ਹੁਕਮ ਮਨਾਉਂਦਾ ਹੈ, ਆਪ ਬਖਸ਼ਿਸ਼ ਕਰਦਾ ਹੈ। ਜਿਨ੍ਹਾਂ ਨੇ ਸਤਿਗੁਰੂ ਦੁਆਰੇ ਆਦਿ ਤੋਂ ਨਾਮ ਦਾ ਜਾਪ ਕੀਤਾ, ਨਾਮ ਜਪਣਾ ਕੀਤਾ, ਉਹਨਾਂ ਤੇ ਬਖਸ਼ਿਸ਼ਾਂ ਹੁੰਦੀਆਂ ਨੇ। ਉਹਨਾਂ ਤੇ ਵਾਹਿਗੁਰੂ ਆਪ ਬਖਸ਼ਿਸ਼ਾਂ ਕਰਦਾ, ਜਣਾਉਂਦਾ ਵੀ ਹੈ ਆਪਣਾ ਆਪ ਕਿ ਮੇਰਾ ਜਨ ਪਿਆਰਾ ਮੈਨੂੰ ਜਪਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ। ਹੇ ਮੇਰੇ ਵਾਹਿਗੁਰੂ ਸਤਿਗੁਰੂ, ਜਿਸ ਨੂੰ ਤੂੰ ਆਪਣਾ ਆਪ ਜਣਾਵੇਂ ਉਹ ਜਾਣੇਗਾ, ਦੂਜਾ ਨਹੀਂ ਜਾਣਦਾ।
ਇਹ ਬਖਸ਼ਿਸ਼ ਗੁਰੂ ਦੀ, ਸਤਿਗੁਰੂ ਦੀ ਹੈ। ਤਿੰਨ ਬਿਟੋ ਵਾਰਿਆ ਪਾਈ, ਤਿੰਨ ਕੋ ਸਦ ਬਲਿਹਾਰੈ ਜਾਓ। ਭਾਈ ਮੈਂ ਤਿਨਾਂ ਪਰ ਮਨ ਕਰਕੇ ਵਾਰ ਨਹੀਂ ਜਾਂਦਾ ਹਾਂ, ਬਾਣੀ ਕਰਕੇ ਵੀ 100 ਵਾਰ ਬਲਿਹਾਰ ਜਾਂਦਾ ਹਾਂ ਕੁਰਬਾਨ ਹਾਂ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨੋ, ਅਨ ਦਿਨ ਸੇਵਨ ਗੁਰ ਆਪਣਾ, ਅਨ ਦਿਨ ਆਨੰਦ ਰਖਾਨੋ। ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ, ਉਹ ਦਾੜੀਆਂ ਸੱਚੀਆਂ ਨੇ ਜੋ ਸਤਿਗੁਰੂ ਦੇ ਚਰਨੀ ਲੱਗਦੀਆਂ ਨੇ। ਦਾੜੀ ਦਾ ਭਾਵ ਪੁਰਸ਼ਾਂ ਵਿੱਚ ਹੈ। ਉਹ ਸੱਚੇ ਪੁਰਸ਼ ਨੇ ਜੋ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਦੇ ਨੇ, ਟਹਿਲ ਕਰਦੇ ਨੇ ਗੁਰੂ ਨਾਨਕ ਦੇ ਘਰ ਵਿੱਚ ਜਾ ਕੇ ਭੈ ਅਤੇ ਡਰ ਵਿੱਚ ਰਹਿ ਕੇ। ਉਹ ਪੁਰਸ਼ ਦਿਨ ਰਾਤ ਆਪਣਾ ਸਤਿਗੁਰੂ ਜਪਦੇ ਨੇ, ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ, ਕਿਉਂਕਿ ਗੁਰੂ ਨਾਨਕ ਦੀਆਂ ਉਹਨਾਂ 'ਤੇ ਬਖਸ਼ਿਸ਼ਾਂ ਨੇ। ਨਾਨਕ ਸੇ ਮੋਹ ਸੋਹਣੇ ਸੱਚੈ ਦਰ ਦਸਾਨੋ। ਸੱਚੇ ਦੇ ਦਰਬਾਰ ਵਿੱਚ ਪਾਤਸ਼ਾਹ ਫਰਮਾਉਂਦੇ ਨੇ ਉਹ ਮੁੱਖ ਸੋਭਾਵਾਨ ਸੋਹਣੇ ਰੇਟੀ ਆਉਂਦੇ ਨੇ। ਮੁੱਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ। ਤਿੰਨਾਂ ਦੇ ਮੁੱਖ ਵੀ ਸੱਚੇ ਨੇ, ਦਾੜੀਆਂ ਵੀ ਉਹਨਾਂ ਦੀਆਂ ਸੱਚੀਆਂ ਨਹੀਂ ਜੋ ਰੱਬ ਦੇ ਪਿਆਰੇ ਨਾਮ ਜਪਦੇ ਨੇ ਗੁਰਮੁਖ ਸਫਲ ਨੇ। ਉਹ ਸੱਚ 'ਤੇ ਚੱਲਦੇ ਨੇ। ਤਿੰਨਾਂ ਦੇ ਮਨ ਵਿੱਚ ਸੱਚਾ ਸ਼ਬਦ ਗੁਰੂ ਨਾਨਕ ਦਾ ਵਸਿਆ। ਉਹ ਸਤਿਗੁਰੂ ਦੇ ਵਾਸਤਵ ਸਰੂਪ ਬ੍ਰਹਮ ਵਿੱਚ ਭਾਈ ਸਮਾ ਜਾਂਦੇ ਨੇ। ਸੱਚੀ ਰਾਸੀ ਸੱਚ ਧਨ, ਉੱਤਮ ਪਦਵੀ ਪਾਹੇ, ਸੱਚ ਸੁਣੇ ਸੱਚ ਮੰਨ ਲੈਣ, ਸੱਚੀ ਕਾਰ ਕਮਾਹੇ। ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ ਪਿਆਰਿਓ, ਤਿੰਨਾਂ ਪਾਸ ਸ਼ਰਧਾ ਰੂਪੀ ਸੱਚੀ ਪੂੰਜੀ ਹੈ। ਇੱਕ ਤਾਂ ਧਨ ਦੀ ਪੂੰਜੀ, ਇੱਕ ਸ਼ਰਧਾ ਦੀ ਪੂੰਜੀ। ਸੱਚੀ ਪੂੰਜੀ ਸ਼ਰਧਾ ਦੀ ਜਿਨ੍ਹਾਂ ਦੇ ਹਿਰਦੇ ਵਿੱਚ ਹੈ, ਕਿਉਂਕਿ ਮੇਰਾ ਵਾਹਿਗੁਰੂ ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ। ਇਹਦੇ ਸੱਚਾ ਨਾਮ ਧਨ ਪਾ ਕੇ ਉਤੋਂ ਪਦ ਵੀ ਪਾ ਲੈਂਦੇ ਨੇ। ਉਹ ਨਾਮ ਦੀ ਉਪਾਸ਼ਕ ਵਣਜਾਰੇ ਨਾਮ ਦੇ ਹੁੰਦੇ ਨੇ। ਸੱਚੇ ਨਾਮ ਨੂੰ ਸੁਣਦੇ ਨੇ, ਸੱਚਾ ਨਾਮ ਹੀ ਮੰਨ ਲੈਂਦੇ ਨੇ। ਸੱਚ ਦੀ ਘਾਤ ਦਿਨ ਰਾਤ ਕਰਦੇ ਨੇ, ਸੱਚ 'ਤੇ ਚੱਲਦੇ ਨੇ। ਸੱਚੀ ਦਰਗਹਿ ਵੈਸਣਾ, ਸੱਚੇ ਮੋਹੇ ਸਮਾਹੇ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ, ਮਨ ਮੁਖ ਭੂਲੇ ਜਾਹੇ। ਤਿੰਨਾਂ ਦਾ ਸਤ ਸੰਗਤ ਵਿੱਚ ਬੈਠਣਾ ਹੁੰਦਾ ਹੈ। ਇਹ ਸੱਚੀ ਦਰਗਾਹ ਹੈ ਜੋ ਗੁਰੂ ਨਾਨਕ ਦੀ ਸੰਗਤ ਹੈ। ਇਹ ਸੱਚੀ ਦਰਗਾਹ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਰੱਬ ਦੇ ਜਨਾਂ ਦਾ ਵਾਸਾ ਹੋ ਜਾਵੇ। ਭਾਵੇਂ ਬੀਆਬਾਨ ਘਣਾ ਜੰਗਲ ਕਿਉਂ ਨਾ ਹੋਵੇ, ਉਹ ਬੈਕੁੰਠ ਨਗਰ ਹੈ। ਇਹ ਸੱਚੀ ਦਰਗਾਹ ਹੈ ਪਰਮੇਸ਼ਰ ਦੀ, ਜਿੱਥੇ ਆਪ ਬੈਠਾ ਹੈ ਹਾਜ਼ਰਾ ਹਜ਼ੂਰ। ਤੇ ਸੱਚੇ ਸੂਬ ਵਿੱਚ ਸਮਾ ਜਾਂਦੇ ਨੇ ਰੱਬ ਦੇ ਪਿਆਰੇ। ਸਤਿਗੁਰੂ ਤੋਂ ਬਿਨਾਂ ਸੱਚ ਸੂਬ ਨਹੀਂ ਪਾਇਆ ਜਾਂਦਾ। ਤੇ ਮਨਮੁਖ ਰੂਪ 'ਤੇ ਭੁੱਲੇ ਹੋਏ ਜਨਮਾਂ ਵਿੱਚ ਜਾਂਦੇ ਦੁੱਖ ਪਾਉਂਦੇ ਨੇ। ਬਾਬੀਆ ਰਿਓ ਕਰੇ, ਜਲ ਨਿਧ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ। ਪਾਤਸ਼ਾਹ ਫਰਮਾਉਂਦੇ ਨੇ, ਜਗਿਆਸੂ ਰੂਪ ਬਬੀਹਾ
ਉਪਦੇਸ਼ ਰੂਪੀ ਜਲ ਦੇ ਨਿਧ ਬਾਦਲ ਉਹ ਸਤਿਗੁਰੂ ਅੱਗੇ ਮਨ ਸਾਥ ਕਰਕੇ ਪ੍ਰੇਮ ਔਰ ਬਾਣੀ ਸਾਥ ਪਿਆਰ ਕਰਕੇ ਬੇਨਤੀਆਂ ਕਰਦਾ ਹੈ। ਕੀ ਮੰਗਦਾ ਹੈ ਕਿ ਸਤਿਗੁਰੂ ਉਪਦੇਸ਼ ਜਲ ਮੰਗਦਾ ਹੈ। ਜਬ ਸਰਬ ਦੁੱਖਾਂ ਦੇ ਨਿਵਾਰਣਹਾਰੇ ਸਤਿਗੁਰੂ ਜਗਿਆਸੂ ਬਬੀਏ ਨੂੰ ਮਿਲਣ ਤਬ ਦੇ ਉਪਦੇਸ਼ ਰੂਪੀ ਸੀਤਲ ਜਲ ਤਿਸਨੇ ਪਾ ਲਿਆ। ਕਿਉਂਕਿ ਗੁਰੂ ਪਰ ਉਪਦੇਸ਼ ਦੀ ਵਰਖਾ ਕਰਦੇ ਨੇ, ਸਵੰਤੀ ਬੂੰਦ ਨਾਮ ਬਖਸ਼ਦੇ ਨੇ। ਤਿਸ ਚੁਕੈ ਸਹਿਜ ਉਪਜੈ ਚੁਕੈ ਕੂਕ ਪੁਕਾਰ। ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਉਰ ਧਾਰ। ਕਿ ਤ੍ਰਿਸ਼ਨਾ ਰੂਪੀ ਤ੍ਰੇਖਾ ਦੂਰ ਹੋ ਜਾਂਦੀ ਹੈ, ਗਿਆਨ ਪ੍ਰਗਟ ਹੁੰਦਾ। ਉੱਚੇ ਬੋਲ ਦੀ ਫਰਿਆਦ ਕਰਨੀ ਵੀ ਦੂਰ ਹੋ ਜਾਂਦੀ ਹੈ। ਭਾਈ ਗੁਰੂ ਦੁਆਰੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ ਰੱਖੋ। ਗੁਰੂ ਵਾਲੇ ਬਣ ਕੇ ਨਾਮ ਜਪੋ, ਤੁਸੀਂ ਸ਼ਾਂਤੀ ਨੂੰ ਪ੍ਰਾਪਤ ਹੋ ਜਾਵੋਗੇ। ਭਾਵੀਆ ਤੂੰ ਸੱਚ ਚਾਉ ਸੱਚੇ ਸੋ ਲਿਵ ਲਾਏ। ਬੋਲਿਆ ਤੇਰਾ ਥਾਈ ਪਵੈ ਗੁਰਮੁਖ ਹੋਏ ਅਲਾਏ। ਪਾਤਸ਼ਾਹ ਫਰਮਾਉਂਦੇ ਨੇ, ਹੇ ਜਗਿਆਸੂ ਬਬੀਏ ਤੂੰ ਸੱਚ ਹੀ ਬੋਲ, ਸੱਚੇ ਸੂਬ ਵਿੱਚ ਵਿਰਤੀ ਲਾਇਆ ਕਰ। ਜਬ ਗੁਰਮੁਖ ਬਣ ਕੇ ਨਾਮ ਜਪੇਗਾ, ਉਚਾਰਨ ਕਰੇਗਾ, ਤਬ ਤੇਰਾ ਬੋਲਿਆ ਥਾਂ ਪਵੇਗਾ, ਸਫਲ ਹੋ ਜਾਵੇਗਾ, ਅਜਾਈ ਨਹੀਂ ਜਾਵੇ। ਸਾਬਦ ਚੀਨ ਤਿਖ ਉਤਰੈ ਮਨ ਲੈ ਰਜਾਏ। ਚਾਰੇ ਕੁੰਡਾਂ ਝੂਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ। ਗੁਰੂ ਦੇ ਸ਼ਬਦ ਨੂੰ ਪਹਿਚਾਨਣੇ ਕਰਕੇ ਤ੍ਰਿਖਾ ਉਤਰ ਜਾਵੇਗੀ। ਤੈਨੂੰ ਕਿਸੇ ਪਦਾਰਥ ਦੀ ਚਾਹਨਾ ਰਹਿਣੀ ਹੀ ਨਹੀਂ। ਤੂੰ ਸਤਿਗੁਰੂ ਦੀ ਆਗਿਆ ਨੂੰ ਮੰਨ। ਔਰ ਚਾਰੋਂ ਦਿਸ਼ਾ ਵਿੱਚ ਝੋਕੇ ਜੈਸੇ ਬੱਦਲ ਵਸਦਾ ਹੈ, ਬੋਲੇ ਧਾਰ ਵਾਰ ਸੁਣਦੀ ਹੈ, ਐਸੇ ਸਤਿਗੁਰੂ ਦਿਆਲੂ ਹੋ ਕੇ ਉਪਦੇਸ਼ ਦਿੰਦੇ ਨੇ। ਤੋ ਜਬ ਸਵੰਤੀ ਬੂੰਦ ਉਪਦੇਸ਼ ਤੇਰੇ ਮੁੱਖ ਵਿੱਚ ਪਵੇਗੀ, ਤਬ ਤੂੰ ਸਹਿਜ ਸੁਭਾਏ ਸ਼ਾਂਤ ਰੂਪ ਹੋ ਜਾਵੇਗਾ। ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ। ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲਾਗੈ ਆਏ। ਪਾਤਸ਼ਾਹ ਫਰਮਾਉਂਦੇ ਨੇ, ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ। ਨਾਮ ਜਪਦਿਆਂ ਹੀ ਸੰਪੂਰਨ ਸ਼ੁਭ ਗੁਣ ਪ੍ਰਗਟ ਹੁੰਦੇ ਨੇ। ਨਾਮ ਦੇ ਜਪਿਆਂ ਨਾਮ ਜਲ ਤੋਂ ਬਿਨਾਂ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦੀ ਪਿਆਸ ਨਹੀਂ ਜਾਂਦੀ। ਜਿਨ੍ਹਾਂ ਨੇ ਭਾਈ ਸਤਿਗੁਰੂ ਤੋਂ ਨਾਮ ਜਲ ਪਾਨ ਕੀਤਾ, ਨਾਮ ਦੀ ਮੰਗ ਮੰਗੀ, ਨਾਮ ਜਪਦੇ ਨੇ, ਤੇ ਇਹਨਾਂ ਨੂੰ ਕੋਈ ਭੁੱਖ ਆ ਕੇ ਲੱਗਦੀ ਹੀ ਨਹੀਂ, ਕੋਈ ਇੱਛਾ ਰਹਿੰਦੀ ਨਹੀਂ ਉਹਨਾਂ ਦੀ, ਕਿਉਂਕਿ ਬਖਸ਼ੀਸ਼ਾਂ ਗੁਰੂ ਨਾਨਕ ਦੀਆਂ ਹੋਈਆਂ ਨੇ। ਭਾਵੀਆ ਤੂੰ ਸਹਿਜ ਬੋਲ ਸੱਚਾ ਸ਼ਬਦ ਸੁਭਾਏ। ਸਭ ਕਿਛ ਤੇਰਾ ਨਾਲ ਹੈ ਸਤਿਗੁਰ ਦਿਓ ਦਿਖਾਏ। ਇਹ ਜਗਿਆਸੂ ਰੂਪ ਬਬੀਏ ਤੂੰ ਸਹਿਜੇ ਬੋਲ, ਜਿਸ ਤੇ ਤੂੰ ਸੱਚੀ ਉਪਦੇਸ਼ ਕਰਕੇ ਸੋਭਾਵਾਨ ਹੋ ਜਾਵੇਗਾ। ਜਬ ਸਤਿਗੁਰੂ ਨੇ ਤੈਨੂੰ ਸਵੈ ਸੂਪ ਸਭ ਵਿੱਚ ਦਿਖਾ ਦਿੱਤਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਮੇਰੇ ਪ੍ਰਭੂ ਮੇਰੇ ਸਤਿਗੁਰੂ ਤੋਂ ਬਿਨਾ ਕੋਈ ਦੂਜਾ ਨਹੀਂ। ਤਬ ਸਭ ਕੁਛ ਭਾਵ ਸਭ ਗੁਣ ਤੇਰੇ ਵਿੱਚ ਹੀ ਨੇ, ਤੇਰੇ ਸਾਥ ਨੇ। ਆਪ ਪਛਾਣੇ ਪ੍ਰੀਤਮ ਮਿਲੇ ਬੁੱਠਾ ਸਹਿਬਰ ਲਾਏ। ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ। ਜਬ ਸਤਿਗੁਰੂ ਪ੍ਰੀਤਮ ਤੈਨੂੰ ਮਿਲੇਗਾ, ਤਬ ਝੜੀ ਲਾ ਕੇ ਇੱਕ ਰਸ ਉਪਦੇਸ਼ ਰੂਪੀ ਜਲ ਵਸ ਜਾਵੇਗਾ।
ਜਦੋਂ ਪੂਰਨ ਗੁਰੂ ਮਿਲਦਾ ਹੈ ਤਬ ਤੂੰ ਆਪਣੇ ਆਪ ਸਰੂਪ ਨੂੰ ਪਹਿਚਾਣ ਲਵੇਂਗਾ। ਔਰ ਸਤਿਗੁਰੂ ਰੂਪ ਮੇਘ ਜਿਨ੍ਹਾਂ ਪਰ ਇੱਕ ਰਸ ਅਪਦੇਸ਼ ਰੂਪੀ ਜਲ ਵਸਦੇ ਨੇ, ਗੁਰੂ ਬਖਸ਼ਿਸ਼ ਕਰਦੇ ਨੇ। ਤਿਨਾਂ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦੀ ਭੁੱਖ ਭਾਈ ਦੂਰ ਹੋ ਜਾਂਦੀ। ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ। ਨਾਨਕ ਸੁਖ ਸਵਨ ਸੁਹਾਗਣੀ, ਸੱਚੈ ਨਾਮ ਸਮਾਏ। ਤਿਨਾਂ ਦੀ ਉੱਚੀ ਬੇਨਤੀਆਂ ਮਨ ਬਾਣੀ ਸੇ ਕੂਕ ਪੁਕਾਰ ਨਹੀਂ ਹੁੰਦੀ, ਕਿਉਂਕਿ ਵਾਹਿਗੁਰੂ ਨੇ ਤਿਨਾਂ ਦੀ ਜੋਤ ਆਪਣੇ ਵਿੱਚ ਮਿਲਾ ਲਈ, ਇੱਕ ਹੋ ਗਏ। ਸੋ ਸੰਤ ਜਨ ਸੁਹਾਗਣੀਆਂ ਸਖੀਆਂ ਸੁਖੀ ਹੋ ਕੇ ਸੈਨ ਕਰਦੀਆਂ ਨੇ, ਸੱਚੇ ਨਾਮੀ ਦੇ ਸਰੂਪ ਵਿੱਚ ਸਮਾ ਗਈਆਂ ਨੇ, ਇੱਕ ਹੋ। ਧੁਰੋਂ ਖਸਮ ਭੇਜਿਆ, ਸੱਚਾ ਹੁਕਮ ਪਠਾਏ। ਇੰਦ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਸੱਚੇ ਖਸਮ ਨੇ ਮੇਰੇ ਵਾਹਿਗੁਰੂ ਗੁਰੂ ਨਾਨਕ ਨੇ ਆਦ ਤੇ ਹੀ ਆਪਣਾ ਹੁਕਮ ਕਰਕੇ ਸਤਿਗੁਰੂ ਨੂੰ ਭੇਜਿਆ, ਕਿਉਂਕਿ ਗੁਰੂ ਨੂੰ ਆਪ ਅਕਾਲ ਪੁਰਖ ਨੇ ਭੇਜਿਆ, ਭੇਜ ਦਿੱਤਾ। ਸੋ ਸਤਿਗੁਰੂ ਮੇਘ ਰੂਪ ਦਇਆ ਕਰਕੇ ਉਪਦੇਸ਼ ਰੂਪੀ ਝੜੀ ਲਾ ਕੇ ਵਸਦੇ ਨੇ। ਬ੍ਰਹਮ ਸਰੋਤਰੀ ਬ੍ਰਹਮ ਨੇਟੀ ਗੁਰੂ ਜਗਤ ਵਿੱਚ ਆ ਕੇ ਉਪਦੇਸ਼ ਦਿੰਦੇ ਨੇ, ਭਾਈ ਨਾਮ ਜਪੋ, ਬੰਦਗੀ ਕਰੋ, ਭਵ ਸਾਗਰ ਤੋਂ ਤਰ ਜਾਵੋਗੇ। ਜਹਾਜ਼ੇ ਚੜ੍ਹ ਜਾਵੋ, ਖੰਡੇ ਵਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਕਿਉਂਕਿ ਆਪ ਉਹਨਾਂ ਨੂੰ ਅਕਾਲ ਪੁਰਖ ਨੇ ਭੇਜਿਆ। ਧੁਰੋਂ ਖਸਮ ਭੇਜਿਆ, ਸੱਚਾ ਹੁਕਮ ਪਠਾਏ। ਇੰਦ ਵਰਸੈ ਦਇਆ ਕਰ, ਗੂੜੀ ਸ਼ਹਿ ਬਦਲਾਏ। ਭਾਵੀਏ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹਿ ਪਾਏ। ਅੰਨ ਧਨ ਬਹੁਤ ਆਯੂ ਉਪਜੈ, ਧਰਤੀ ਸੋਭਾ ਪਾਏ। ਜਗਿਆਸੂ ਰੂਪ ਬਬੀਏ ਨੂੰ ਤਨ ਮਨ ਕਰਕੇ ਤਬ ਸੁੱਖ ਮਿਲਦਾ ਹੈ, ਜਬ ਤਤ ਸਾਰ ਉਪਦੇਸ਼ ਰੂਪ ਬੂੰਦ ਮੁੱਖ ਵਿੱਚ ਪ੍ਰਾਪਤ ਹੋਵੇ। ਇਸ ਮੇਘ ਦੇ ਵਸਿਆਂ ਸ਼ੁਭ ਗੁਣਾ ਰੂਪੀ ਅੰਨ ਧਨ ਦਾ ਯੋਗ ਪ੍ਰਗਟ ਹੋ ਜਾਂਦਾ ਹੈ। ਸਰੀਰ ਬੁੱਧੀ ਰੂਪੀ ਧਰਤੀ ਗੁਣਾ ਸੰਯੁਕਤ ਹੋ ਕੇ ਭਾਈ ਫਿਰ ਸੋਭਾ ਪਾਉਂਦੀ। ਆਨੰਦ ਨ ਲੋਕ ਭਗਤ ਕਰੇ, ਗੁਰ ਕੈ ਸ਼ਬਦ ਸਮਾਏ। ਆਪੇ ਸੱਚਾ ਬਖਸ਼ ਲਏ, ਕਰ ਕਿਰਪਾ ਕਰੈ ਰਜਾਏ। ਜੋ ਜਗਿਆਸੂ ਜਨ ਇਸ ਸਰੀਰ ਸੇ ਗੁਰੂ ਦੇ ਉਪਦੇਸ਼ ਵਿੱਚ ਨਿਰੰਤਰ ਸਮਾ ਕੇ ਗੁਰ ਸ਼ਬਦੀ ਗੁਣਵਤੀਏ ਬਣੇ, ਤਿਨਾਂ ਦੀ ਲੋਕ ਵੀ ਭਗਤੀ ਕਰਦੇ ਨੇ, ਜਗਤ ਦੇ ਲੋਕ ਉਹਨਾਂ ਨੂੰ ਪੂਜਦੇ ਨੇ। ਆਪੇ ਹੀ ਸੱਚਾ ਤਿਨਾਂ ਨੂੰ ਬਖਸ਼ ਲੈਂਦਾ ਹੈ, ਕਿਉਂਕਿ ਸੱਚੇ ਦੇ ਗੁਣ ਗਾਉਂਦੇ ਸੱਚੇ ਦੇ ਬਣ ਗਏ, ਇੱਕ ਹੋ ਗਏ ਸੱਚੇ ਵਾਹਿਗੁਰੂ ਨਾਲ। ਕਿਰਪਾ ਕਰਕੇ ਤਿਨਾਂ ਨੂੰ ਬਖਸ਼ਿਸ਼ਾਂ ਮਿਲਦੀਆਂ ਨੇ, ਗੁਰੂ ਨਾਨਕ ਦੇ ਘਰ ਇੱਕ ਹੋ ਜਾਂਦੇ ਨੇ। ਹਰ ਗੁਣ ਗਾਵੋ ਕਾਮਣੀ, ਸੱਚੈ ਸ਼ਬਦ ਸਮਾਏ। ਭੈ ਕਾ ਸਹਿਜ ਸਿੰਗਾਰ ਕਰੋ, ਸੱਚ ਰਹੋ ਲਿਵਲਾਏ। ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਜਗਿਆਸੂ ਰੂਪ ਇਸਤਰੀ ਹੋ, ਕਿਉਂਕਿ ਜਗਤ ਇਸਤਰੀ ਦੀ ਨਿਆਈ, ਪੁਰਖ ਇੱਕ ਪਰਮਾਤਮਾ ਵਾਹਿਗੁਰੂ। ਸੱਚੇ ਉਪਦੇਸ਼ ਵਿੱਚ ਮਨ ਨੂੰ ਮਿਲਾ ਕੇ ਹਰੀ ਦੇ ਗੁਣਾਂ ਦਾ ਗਾਇਨ ਕਰੋ, ਗੁਣ ਗਾਵੋ ਗੁਰੂ ਨਾਨਕ ਦੇ। ਭੈ ਸ਼ਾਂਤੀ ਦਾ ਸ਼ਿੰਗਾਰ ਕਰੋ, ਸੱਚ ਸੂਹ ਵਿੱਚ ਵਰਤੀ ਲਾਵੋ, ਗੁਰਮੂਰਤ ਕਾ ਧਿਆਨ ਸਦਾ ਹਜੂਰ ਹੈ। ਸਤਿਗੁਰੂ ਤਾਂ ਹਾਜ਼ਰਾ ਹਜੂਰ ਹੈ। ਨਾਨਕ ਨਾਮੋ ਮਨ ਵਸੈ, ਹਰ ਦਰਗਹਿ ਲਏ ਛੜਾਏ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਪਿਆਰਿਓ, ਜਿਨ੍ਹਾਂ ਦੇ ਮਨ ਵਿੱਚ
ਪੂਰ ਮੁਕਤ ਪ੍ਰਕਾਰ ਕਰਕੇ ਨਾਮ ਵਸਦਾ ਹੈ। ਗੁਰੀ ਉਪਦੇਸ਼ੀ ਗੁਰਮਤੀਏ ਬਣ ਗਏ। ਤਨ ਮਨ ਧਨ ਗੁਰੂ ਨੂੰ ਅਰਪਣ ਕੀਤਾ। ਤਿੰਨਾਂ ਦਾ ਵਾਹਿਗੁਰੂ ਦਰਗਾਹ ਵਿੱਚ ਪਰਲੋਕ ਵਿੱਚ ਜਮਾਂ ਤੋਂ ਉਹਨਾਂ ਨੂੰ ਛੁਡਾ ਲਵੇਗਾ, ਆਪ ਬਾਂਹ ਫੜੇਗਾ। ਭਾਵੀਆ ਸਗਲੀ ਧਰਤੀ ਜੇ ਫਿਰੇ ਊੜ ਚੜੇ ਆਕਾਸ। ਪਾਤਸ਼ਾਹ ਫਰਮਾਉਂਦੇ ਨੇ, ਇਹ ਜਗਿਆਸੂ ਰੂਪ ਅਬੀਏ, ਜੇਕਰ ਤੂੰ ਸੰਪੂਰਨ ਧਰਤੀ ਵੀ ਫਿਰ ਲਵੇਂ, ਬੜਾ ਜਗਤ ਵਿੱਚ ਵਿਚਰੇ, ਤੀਰਥ ਯਾਤਰਾ ਕਰੇ, ਪਾਵਨ ਚੜਾ ਲਵੇਂ 10ਵੇਂ ਦਵਾਰ ਤੇ ਜੋਗ ਮਾਰਗ ਕਰੇ, ਸਿੱਧੀਆਂ ਕਰਕੇ ਪ੍ਰਤੱਖ ਆਕਾਸ਼ ਵਿੱਚ ਵੀ ਚਲਾ ਜਾਵੇਂ, ਸਵਰਗ ਵਿੱਚ ਵੀ ਚਲਾ ਜਾਵੇਂ, ਜਿਵੇਂ ਸਿੱਧ ਪੁਰਸ਼ ਜੋਗੀ ਚਲੇ ਜਾਂਦੇ ਨੇ। ਸਮੇਤ ਪਰਬਤਾਂ ਆਦਿਕਾਂ ਵਿੱਚ ਵੀ 10ਵੇਂ ਦਵਾਰ ਵਿੱਚ ਉੱਡ ਕਰਕੇ ਚੜ੍ਹ ਜਾਵੇਂ। ਪਾਤਸ਼ਾਹ ਕੀ ਕਹਿੰਦੇ ਨੇ, ਤਾਂ ਵੀ ਭਾਈ ਸ਼ਾਂਤ ਨਹੀਂ ਹੋਵੇ, ਪਰ ਸ਼ਾਂਤੀ ਫਿਰ ਵੀ ਨਹੀਂ ਆਉਣੀ। ਸਤਿਗੁਰ ਮਿਲਿਆ ਜਲ ਪਾਈਐ, ਚੂਕੈ ਭੂਖ ਪਿਆਸ, ਜਿਉ ਪਿੰਡ ਸਭ ਤਿਸ ਕਾ, ਸਭ ਕਿਛ ਤਿਸ ਕੈ ਪਾਸ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਸਤਿਗੁਰ ਮਿਲਿਆ ਜਲ ਪਾਈਐ, ਚੂਕੈ ਭੂਖ ਪਿਆਸ, ਜਿਉ ਪਿੰਡ ਸਭ ਤਿਸ ਕਾ, ਸਭ ਕਿਛ ਤਿਸ ਕੈ ਪਾਸ। ਸਤਿਗੁਰੂ ਕੇ ਮਿਲਿਆ ਨਾਮ ਰੂਪੀ ਸੀਤਲ ਜਲ ਮਿਲਦਾ ਹੈ। ਨਾਮ ਦੀ ਦਾਤ ਗੁਰੂ ਤੋਂ ਮਿਲਦੀ ਕਿ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦੀ ਭੁੱਖ ਪਿਆਸ ਦੂਰ ਹੋ ਜਾਂਦੀ। ਇਹ ਜੀ ਸਰੀਰ ਪਿੰਡ ਸਭ ਤਿਸੀ ਵਾਹਿਗੁਰੂ ਦਾ ਦਿੱਤਾ ਹੋਇਆ। ਸਭ ਕੁਝ ਦਾਤ ਤਿਸੀ ਦੇ ਪਾਸ ਤੋਂ ਹੀ ਭਾਈ ਮਿਲਦੀ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਖਾ। ਦਾਤਾ ਇੱਕ ਹੈ ਜੋ ਸਭਨਾਂ ਨੂੰ ਦਾਤਾਂ ਦਿੰਦਾ ਹੈ। ਸਭਨਾਂ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾਂ ਜੀਵਾਂ ਦਾ ਇੱਕ ਦਾਤਾ ਮੇਰਾ ਵਾਹਿਗੁਰੂ, ਵੱਡਾ ਮਾਲਕ ਹੈ, ਬਖਸ਼ੀਸ਼ਾਂ ਦਾ ਦਾਤਾ ਹੈ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪਰਗਾਸ। ਪਾਤਸ਼ਾਹ ਫਰਮਾਉਂਦੇ ਨੇ, ਜਬ ਬਿਨਾ ਬੋਲਿਆਂ ਤੇ ਤਰਲੋਕੀ ਦਾ ਮਾਲਕ ਮੇਰਾ ਵਾਹਿਗੁਰੂ, ਮੇਰਾ ਪਰਵਰਦਗਾਰ, ਜਗਤ ਦਾ ਸਿਰਜਣਹਾਰ ਦਾਤਾਰ ਪ੍ਰਭੂ ਸਭ ਕੁਝ ਜਾਣਦਾ। ਅਬ ਤਿਸ ਦੇ ਅੱਗੇ ਬੇਨਤੀ ਕਰੀਏ। ਪਾਤਸ਼ਾਹ ਫਰਮਾਉਂਦੇ ਨੇ, ਜੋ ਹਰੀ ਘਟਾਂ ਘਟਾਂ ਵਿੱਚ ਇੱਕ ਸਰੂਪ ਵਰਤਦਾ, ਵਿਆਪਕ ਹੋ ਰਿਹਾ। ਅਤੇ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਬੇਨਤੀ ਨਹੀਂ ਕਰਨੀ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸੇ ਆਗਿਆ ਕੀਚੈ ਅਰਦਾਸ। ਉਸ ਮਾਲਕ ਅੱਗੇ ਅਰਦਾਸ ਕਰੀਏ, ਕਿਸ ਕੇ ਅੱਗੇ ਬੇਨਤੀ ਕਰੀਏ। ਜੋ ਹਰੀ ਘਟਾਂ ਘਟਾਂ ਵਿੱਚ ਇੱਕ ਸਰੂਪ ਵਰਤਦਾ, ਵਿਆਪਕ ਹੋ ਰਿਹਾ। ਦਾ ਸਤਿਗੁਰੂ ਹੀ ਉਪਦੇਸ਼ ਕਰਕੇ ਪ੍ਰਕਾਸ਼ ਕਰਦੇ ਨੇ, ਸਾਖਤਕਾਰ ਕਰਦੇ ਨੇ। ਕਿਉਂਕਿ ਉਹ ਮਾਲਕ ਪ੍ਰਤੱਖ ਹੈ। ਜੀ ਕੀ ਵਿਵਸਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਨਾਨਕ ਤਿਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ। ਹਰ ਬੁੱਠਾ ਮਨ ਤਨ ਸਭ ਪਰ ਫੜੈ, ਸਭ ਜਗ ਹਰਿ ਆਵਲ ਹੋਏ। ਤਿਸ ਪੁਰਸ਼ ਨੂੰ ਸਦਾ ਆਨੰਦ ਹੈ, ਜੋ ਸਤਿਗੁਰੂ ਨੂੰ ਸੇਵਨਾ ਕਰਕੇ, ਆਰਾਧਨਾ ਕਰਕੇ ਇਸ ਸੂਬ ਵਿੱਚ ਸਮਾਇਆ ਹੈ। ਭਾਈ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਵਸਣੇ ਤੇ ਮਨ ਤਨ ਸਭ ਪ੍ਰਫੁੱਲਤ ਹੋ ਆਉਂਦਾ। ਸਾਰੇ ਜਗਤ ਵਿੱਚ ਆਨੰਦ ਰੂਪੀ ਸਹਿਬ ਜੀ ਹੁੰਦੀ। ਭਾਵੇਂ ਕਿ ਆਪ ਸੁਖੀ ਹੋਣ ਤੇ ਜਿਸਨੂੰ ਸਰਬ ਜਗਤ ਵਿੱਚ ਸੁਖੀ ਹੀ ਭਾਸਦਾ ਹੈ।
ਦੁਆਬ ਸੁਖੀ ਸਭ ਦੇ ਸਦਾ ਬਸੰਤ ਹੈ। ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵੀਸਰੈ, ਜਿਨ ਸਿਰਿਆ ਸਭ ਕੋਇ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਪਿਆਰਿਓ, ਸਭ ਦੇ ਸਦਾ ਬਸੰਤ ਹੈ। ਜਿਤ ਤਨ ਮਨ ਹਰਿਆ, ਨਾਨਕ ਨਾਮ ਨਾ ਵੀਸਰੈ, ਜਿਨ ਸਿਰਿਆ ਸਭ ਕੋਇ। ਗੁਰੂ ਦੇ ਸ਼ਬਦ ਕਰਕੇ ਸਦਾ ਆਨੰਦ ਹੈ, ਜਿਸ ਕਰਕੇ ਤਨ ਮਨ ਹਰਿਆ ਹੋ ਜਾਂਦਾ ਹੈ। ਜਿਸ ਵਾਹੇ ਗੁਰੂ ਪਰਮੇਸ਼ਰ ਗੁਰੂ ਨਾਨਕ ਨੇ ਸਭਨਾਂ ਨੂੰ ਸਾਜਿਆ ਰਚਿਆ ਹੈ, ਭਾਈ ਦਾ ਨਾਮ ਸਾਨੂੰ ਕਦੇ ਨਾ ਵਿਸਰੇ। ਇਹੀ ਦਾਤ ਮੰਗੀਏ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਈਏ, ਨਾਮ ਨੂੰ ਜਪੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਬਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾ